ਸਤਿ ਸ਼੍ਰੀ ਅਕਾਲ ਜੀ ਦਾ ਖਾਲਸ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ। ਪੰਜਾਬ ਦੀਆਂ ਖਾਸ ਖਬਰਾਂ ਦੇ ਖਾਸ ਬੁਲੇਟਿਨ ਦੇ ਵਿੱਚ ਮੈਂ ਹਰਸ਼ਰਨ ਕੌਰ। ਅੱਜ 3 ਦਸੰਬਰ ਹੈ ਅਤੇ ਪੰਜਾਬ ਦੀਆਂ ਖਬਰਾਂ ਦੇ ਵਿੱਚ ਸਭ ਤੋਂ ਅਹਿਮ ਜਾਣਕਾਰੀ ਇਹੀ ਹੈ ਕਿ ਅੱਜ ਕਿਸਾਨ ਲੀਡਰਾਂ ਦੀ ਮੁੜ ਤੋਂ ਕੇਂਦਰ ਸਰਕਾਰ ਦੇ ਨਾਲ ਬੈਠਕ ਹੋਣੀ ਹੈ। ਪਰ ਉਸ ਤੋਂ ਪਹਿਲਾਂ ਕੱਲ ਸ਼ਾਮ ਨੂੰ ਕਿਸਾਨਾਂ ਨੇ ਮੀਟਿੰਗ ਕੀਤੀ, ਆਪਸ ਦੇ ਵਿੱਚ ਬੈਠਕ ਕੀਤੀ ਤੇ ਕੌਮੀ ਰਾਜਧਾਨੀ ਦਿੱਲੀ ਦੀਆਂ ਹੋਰ ਸੜਕਾਂ ਜਾਮ ਕਰਨ ਦੀ ਵੀ ਚੇਤਾਵਨੀ ਦੇ ਦਿੱਤੀ। ਕਿਸਾਨਾਂ ਦੇ ਇਤਰਾਜ਼ਾਂ ਤੇ ਚਰਚਾ ਕਰਨ ਦੇ ਲਈ ਅਮਿਤ ਸ਼ਾਹ ਨੇ ਨਰਿੰਦਰ ਤੋਮਰ ਅਤੇ ਪਿਊਸ਼ ਗੋਇਲ ਦੇ ਨਾਲ ਵੀ ਮੀਟਿੰਗ ਕੀਤੀ। ਅੱਜ ਦੀ ਅਹਿਮ ਖਬਰ ਇਹੀ ਹੈ, ਇਸੇ ਤੇ ਅਸੀਂ ਨਜ਼ਰ ਬਣਾ ਕੇ ਰੱਖਾਂਗੇ। ਦ ਖਾਲਸ ਟੀਵੀ ਦੀ ਟੀਮ ਦਿੱਲੀ ਪਹੁੰਚੀ ਹੋਈ ਹੈ ਤੇ ਅਸੀਂ ਲਗਾਤਾਰ ਤੁਹਾਨੂੰ ਕਵਰੇਜ ਹੈ ਜਿਹੜੀ ਇਹ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਕਿ ਇੱਥੇ ਕੀ ਚੱਲ ਰਿਹਾ। ਤੇ ਇੱਕ ਸਭ ਤੋਂ ਅਹਿਮ ਗੱਲ ਅਸੀਂ ਅੱਜ ਇਹ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਕਿਸਾਨਾਂ ਨੂੰ ਇੱਥੇ ਕਿਸ ਚੀਜ਼ ਦੀ ਲੋੜ ਹੈ, ਕਿਉਂਕਿ ਬਹੁਤ ਸਾਰੇ ਲੁਟੇਰੇ ਵੀ ਹੁਣ ਨਿਕਲੇ ਆਏ ਨੇ ਦੁਨੀਆ ਦੇ ਵਿੱਚ। ਇਹੋ ਜਿਹੇ ਸੰਘਰਸ਼ਾਂ ਦਾ ਫਾਇਦਾ ਚੁੱਕਣ ਵਾਲੇ ਪਹਿਲਾਂ ਹੀ ਆ ਜਾਂਦੇ ਨੇ। ਪਤਾ ਹੈ ਕਿ ਇਸ ਸੰਘਰਸ਼ ਦੇ ਨਾਲ ਹੁਣ ਦੁਨੀਆ ਦਾ ਬੱਚਾ ਹੈ, ਇਸ ਮੁਲਕ ਦਾ ਤਾਂ ਹੈ ਹੀ ਹੈ ਸਰਕਾਰਾਂ ਨੂੰ ਛੱਡ ਕੇ। ਸੋ ਜਿੰਨੀ ਮਰਜ਼ੀ ਡੋਨੇਸ਼ਨ ਹੈ ਜਿਹੜੀ ਉਹ ਇਕੱਠੀ ਕੀਤੀ ਜਾਏਗੀ। ਇਹੋ ਜਿਹੇ ਲੋਕਾਂ ਤੋਂ ਤੁਸੀਂ ਬਚ ਕੇ ਰਹਿਣਾ। ਕਿਸਾਨਾਂ ਦੇ ਕੋਲ ਕੋਈ ਡੋਨੇਸ਼ਨ, ਕੋਈ ਡਾਲਰ ਨੇ ਜਿਹੜੇ ਉਹ ਨਹੀਂ ਪਹੁੰਚ ਰਹੇ, ਕਿਉਂਕਿ ਕਿਸਾਨਾਂ ਨੂੰ ਚਾਹੀਦੇ ਨਹੀਂ। ਉਹਨਾਂ ਨੇ ਪਹਿਲਾਂ ਹੀ ਉਹ ਹੱਥ ਜੋੜ ਕੇ ਖੜ ਜਾਂਦੇ ਨੇ ਕਿ ਸਾਨੂੰ ਕਿਸੇ ਚੀਜ਼ ਦੀ ਲੋੜ ਨਹੀਂ ਹੈ। ਸੋ ਅੱਜ ਅਸੀਂ ਖਾਸ ਤੌਰ ਤੇ ਇਸ ਗੱਲ ਦੀ ਕਵਰੇਜ ਕਰਾਂਗੇ ਕਿ ਕਿਸਾਨਾਂ ਨੂੰ ਲੋੜ ਕਿਹੜੀ ਚੀਜ਼ ਦੀ ਹੈ। ਸਿੰਘੂ ਬਾਰਡਰ ਤੇ ਮੱਛਰ ਬਹੁਤ ਹੈ। ਮੱਛਰਾਂ ਨੂੰ ਰੋਕਣ ਦੇ ਲਈ ਓਡੋਮੋਸ ਜਾਂ ਫਿਰ ਗੁੱਡ ਨਾਈਟ ਵਗੈਰਾ ਇਹਨਾਂ ਚੀਜ਼ਾਂ ਦੀ ਲੋੜ ਹੁੰਦੀ ਹੈ। ਉਹ ਅਸੀਂ ਇੱਕ ਜਥੇਬੰਦੀ ਯੂਨਾਈਟਿਡ ਸਿੱਖਸ ਦੇ ਨਾਲ ਸੰਪਰਕ ਕੀਤਾ ਹੈ। ਇਹ ਜਥੇਬੰਦੀ ਲਗਾਤਾਰ ਸੇਵਾ ਕਰ ਰਹੀ ਹੈ ਤਾਂ ਇਸ ਜਥੇਬੰਦੀ ਦੇ ਵੱਲੋਂ ਇਹ ਚੀਜ਼ ਹੈ ਜਿਹੜੀ ਉਹ ਵੀ ਪਹੁੰਚਾ ਦਿੱਤੀ ਜਾਏਗੀ। ਸੋ ਇਸ ਤਰੀਕੇ ਦੇ ਨਾਲ ਅਸੀਂ ਤੁਹਾਨੂੰ ਜਿਹੜੇ, ਕਿਉਂਕਿ ਵਿਦੇਸ਼ਾਂ ਵਿੱਚ ਵਸਦੇ ਭੈਣ ਭਰਾ ਨੇ ਜਿਹੜੇ, ਉਹ ਬਹੁਤ ਸਾਨੂੰ ਵੀ ਕਾਲਸ ਆਉਂਦੀਆਂ ਨੇ ਕਿ ਦੱਸੋ ਕਿਸ ਚੀਜ਼ ਦੀ ਲੋੜ ਹੈ। ਸੰਸਥਾਵਾਂ ਨੂੰ ਦੇਣ ਦੀ ਬਜਾਏ ਸਿੱਧਾ ਤੁਸੀਂ ਦਿਓ, ਕਿਸਾਨ ਲੀਡਰਾਂ ਦੇ ਨਾਲ ਸੰਪਰਕ ਕਰੋ ਤੇ ਅਸੀਂ ਤੁਹਾਨੂੰ ਉਹਨਾਂ ਦੇ ਸੰਪਰਕ ਨੰਬਰ ਦੇਵਾਂਗੇ। ਨਾ ਸਾਡੇ ਜ਼ਰੀਏ ਨਾ ਕਿਸੇ ਸੰਸਥਾ ਦੇ ਜ਼ਰੀਏ, ਤੁਸੀਂ ਸਿੱਧਾ ਜਿਹੜਾ ਹੈ ਕਿਸਾਨਾਂ ਨੂੰ ਜਿਹੜੀ ਚੀਜ਼ ਦੀ ਲੋੜ ਹੈ ਉਹ ਦਿਓ। ਤੇ ਅੱਜ ਅਸੀਂ ਜਿਹੜੇ ਕਿਸਾਨ ਹੁਣ ਤੱਕ ਆਪਣੀਆਂ ਜਾਨਾਂ ਗਵਾ ਚੁੱਕੇ ਨੇ ਮੋਰਚਿਆਂ ਦੇ ਵਿੱਚ, ਉਹਦੀ ਡਿਟੇਲ ਇਕੱਠੀ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਤੇ ਉਹ ਡਿਟੇਲ ਅਸੀਂ ਵਿਦੇਸ਼ਾਂ ਦੇ ਵਿੱਚ ਵਸਦੇ ਭੈਣ ਭਰਾ ਜਿਹੜੇ ਸੇਵਾ ਕਰਨੀ ਚਾਹੁੰਦੇ ਨੇ ਉਹ ਅਸੀਂ ਸਿੱਧਾ ਸੰਪਰਕ ਪਰਿਵਾਰਾਂ ਦਾ ਉਹਨਾਂ ਨੂੰ ਦੇਵਾਂਗੇ। ਜਨਕ ਰਾਜ ਦਾ ਪਰਿਵਾਰ ਹੈ, ਉਹਦੇ ਲਈ ਆਮ ਆਦਮੀ ਪਾਰਟੀ ਨੇ 10 ਲੱਖ ਰੁਪਏ ਇਕੱਠੇ ਕੀਤੇ ਨੇ। ਇਸ ਤਰੀਕੇ ਦੇ ਨਾਲ ਹੋਰ ਵੀ, ਕਿਉਂਕਿ ਕਿਸਾਨ ਕਰਜ਼ੇ ਦੇ ਵਿੱਚ ਤਾਂ ਹਰ ਕੋਈ ਦੱਬਿਆ ਹੋਇਆ। ਜਿੰਨੇ ਕਿਸਾਨਾਂ ਦੀ ਮੌਤ ਹੋਈ ਹੈ ਉਹ ਆਰਥਿਕ ਹਾਲਾਤਾਂ ਦੇ ਨਾਲ ਝੰਬੇ ਹੋਏ ਕਿਸਾਨ ਸਾਰੇ। ਸੋ ਇਹ ਜਿਹੜੀ ਪਹਿਲ ਕਰਨੀ ਚਾਹੀਦੀ ਹੈ ਵਿਦੇਸ਼ਾਂ ਵਿੱਚ ਵਸਦੇ ਜਿਹੜੇ ਵੀਰ ਭਰਾ ਨੇ ਆਪਣੇ, ਜਿਨ੍ਹਾਂ ਦੇ ਕੋਲ ਜਿਹੜੇ ਸਰਦੇ ਪੁੱਜਦੇ ਨੇ, ਜਿਹੜੇ ਮਦਦ ਕਰ ਸਕਦੇ ਨੇ। ਤੇ ਉਹ ਹੁਣ ਅਸੀਂ ਲਹਿਰ ਜਿਹੜੀ ਹੈ ਉਹ ਵੀ ਸ਼ੁਰੂ ਕਰਾਂਗੇ ਕਿ ਜਿਹੜੇ ਪਿੰਡ ਨੇ, ਪਿੰਡਾਂ ਨੂੰ ਤੁਸੀਂ ਅਡਾਪਟ ਕਰੋ, ਪਿੰਡਾਂ ਨੂੰ ਗੋਦ ਲਓ ਅਤੇ ਪਿੰਡਾਂ ਦੇ ਵਿੱਚ ਜਿਹੜੇ ਕਿਸਾਨ ਕਰਜ਼ੇ ਦੇ ਥੱਲੇ ਦੱਬੇ ਹੋਏ ਨੇ ਉਹਨਾਂ ਦੇ ਕਰਜ਼ੇ ਤੁਸੀਂ ਲਾ ਦਿਓ। ਇਹ ਹੁਣ ਪੰਜਾਬ ਨੂੰ ਤੁਸੀਂ ਕਰਜ਼ਾ ਮੁਕਤ ਤੁਸੀਂ ਬਣਾਉਣਾ, ਨਾ ਕੈਪਟਨ ਸਰਕਾਰ ਨੇ ਬਣਾਉਣਾ, ਨਾ ਹੀ ਮੋਦੀ ਸਰਕਾਰ ਨੇ ਬਣਾਉਣਾ। ਕਾਨੂੰਨ ਕਿਸਾਨਾਂ ਨੇ ਰੱਦ ਕਰਵਾ ਹੀ ਲੈਣੇ ਨੇ। ਉਧਰ ਕਰਜ਼ੇ ਨੇ ਜਿਹੜੇ ਆਪਾਂ ਰਲ ਮਿਲ ਕੇ ਜਦੋਂ ਉਤਾਰ ਦੇਵਾਂਗੇ, ਪੰਜਾਬ ਮੁੜ ਤੋਂ ਖੁਸ਼ਹਾਲ ਹੋਊਗਾ। ਫਿਰ ਕਿਹਨੇ ਕੈਨੇਡਾ ਜਾਣਾ ਤੇ ਕਿਹਨੇ ਅਮਰੀਕਾ ਜਾਣਾ। ਖੈਰ, ਪਹਿਲੀ ਖਬਰ ਤੇ ਚਰਚਾ ਕਰ ਲੈਂਦੇ ਹਾਂ। ਕੌਮੀ ਰਾਜਧਾਨੀ ਦੀ ਘੇਰਾਬੰਦੀ ਕਰੀ ਬੈਠੀਆਂ ਪੰਜਾਬ ਦੀਆਂ 31 ਕਿਸਾਨ ਜਥੇਬੰਦੀਆਂ ਤੇ ਸੰਯੁਕਤ ਮੋਰਚੇ ਸਮੇਤ ਦੇਸ਼ ਦੀਆਂ ਹੋਰ ਕਿਸਾਨ ਜਥੇਬੰਦੀਆਂ ਨੇ ਸਰਕਾਰ ਤੋਂ ਸੰਸਦ ਦਾ ਵਿਸ਼ੇਸ਼ ਇਜਲਾਸ ਸੱਦ ਕੇ ਨਵੇਂ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਕੀਤੀ ਹੈ। ਸੰਘਰਸ਼ ਦੇ ਰਾਹ ਪਈਆਂ ਕਿਸਾਨ ਜਥੇਬੰਦੀਆਂ ਨੇ ਮੰਗਾਂ ਨਾ ਮੰਨਣ ਦੀ ਸੂਰਤ ਵਿੱਚ ਦਿੱਲੀ ਦੀਆਂ ਹੋਰ ਸੜਕਾਂ ਨੂੰ ਜਾਮ ਕਰਨ ਦੀ ਵੀ ਚੇਤਾਵਨੀ ਦੇ ਦਿੱਤੀ ਹੈ ਤੇ ਇਸ ਸੰਘਰਸ਼ ਨੂੰ ਹੋਰ ਅੱਗੇ ਤੱਕ ਲਿਜਾਣ ਦੀ ਚੇਤਾਵਨੀ ਦੇ ਦਿੱਤੀ ਹੈ। ਕਿਸਾਨ ਜਥੇਬੰਦੀਆਂ ਦੇ ਨੁਮਾਇੰਦਿਆਂ ਦੇ ਨਾਲ ਅੱਜ ਹੋਣ ਵਾਲੀ ਅਗਲੇ ਗੇੜ ਦੀ ਗੱਲਬਾਤ ਤੋਂ ਪਹਿਲਾਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੀ ਕੱਲ ਖੇਤੀ ਮੰਤਰੀ ਨਰਿੰਦਰ ਤੋਮਰ ਤੇ ਰੇਲ ਮੰਤਰੀ ਪਿਊਸ਼ ਗੋਇਲ ਦੇ ਨਾਲ ਮੀਟਿੰਗ ਕਰਕੇ ਨਵੇਂ ਖੇਤੀ ਕਾਨੂੰਨਾਂ ਬਾਰੇ ਕਿਸਾਨਾਂ ਦੇ ਇਤਰਾਜ਼ਾਂ ਨੂੰ ਦੂਰ ਕਰਨ ਦੇ ਢੰਗ ਤਰੀਕਿਆਂ ਤੇ ਚਰਚਾ ਕੀਤੀ। ਯਾਨੀ ਕਿ ਹਾਲੇ ਵੀ ਜਿਹੜੇ ਉਹ ਮੰਨ ਰਹੇ ਨੇ ਕਿ ਕਿਸਾਨਾਂ ਦੇ ਇਤਰਾਜ਼ ਨੇ ਤੇ ਉਹ ਅਸੀਂ ਦੂਰ ਕਿਵੇਂ ਕਰੀਏ। ਵਿਗਿਆਨ ਭਵਨ ਦੇ ਵਿੱਚ 4 ਘੰਟੇ ਦੇ ਕਰੀਬ 1 ਦਸੰਬਰ ਨੂੰ ਪਰਸੋਂ ਮੀਟਿੰਗ ਵੀ ਹੋਈ ਸੀ, ਪਰ ਬੇਸਿੱਟਾ ਰਹੀ। ਦੋਵਾਂ ਧਿਰਾਂ ਨੇ 3 ਦਸੰਬਰ ਯਾਨੀ ਅੱਜ ਦੇ ਦਿਨ ਅਗਲੇ ਗੇੜ ਦੀ ਗੱਲਬਾਤ ਲਈ ਦੋਵਾਂ ਧਿਰਾਂ ਨੇ ਸਹਿਮਤੀ ਦੇ ਦਿੱਤੀ ਸੀ। ਕਿਸਾਨ ਲੀਡਰ ਡਾਕਟਰ ਦਰਸ਼ਨਪਾਲ ਨੇ ਕੇਂਦਰ ਸਰਕਾਰ ਖਿਲਾਫ ਕਿਸਾਨਾਂ ਦੇ ਵਿੱਚ ਵੰਡੀਆਂ ਪਾਉਣ ਦਾ ਦੋਸ਼ ਲਾਇਆ। ਉਹਨਾਂ ਕਿਹਾ ਕਿ ਅਜਿਹਾ ਹਰਗਿਜ਼ ਨਹੀਂ ਹੋਏਗਾ ਕਿ ਸੰਘਰਸ਼ਸ਼ੀਲ ਕਿਸਾਨ 3 ਖੇਤੀ ਕਾਨੂੰਨਾਂ ਨੂੰ ਰੱਦ ਕੀਤੇ ਜਾਣ ਤੱਕ ਆਪਣਾ ਅੰਦੋਲਨ ਜਾਰੀ ਰੱਖਣਗੇ। ਉਹਨਾਂ ਨੇ ਕਿਹਾ ਕਿ ਕੇਂਦਰ ਸਰਕਾਰ ਸੰਸਦ ਦਾ ਵਿਸ਼ੇਸ਼ ਇਜਲਾਸ ਸੱਦ ਕੇ 3 ਖੇਤੀ ਕਾਨੂੰਨਾਂ ਨੂੰ ਮਨਸੂਖ ਕਰੇ। ਡਾਕਟਰ ਦਰਸ਼ਨਪਾਲ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਲੰਘੇ ਦਿਨ ਭਾਰਤੀ ਕਿਸਾਨ ਯੂਨੀਅਨ ਤੇ ਹੋਰਨਾਂ ਦੇ ਨਾਲ ਵੱਖਰੀ ਮੀਟਿੰਗ ਕਰਕੇ ਕਿਸਾਨ ਜਥੇਬੰਦੀਆਂ ਨੂੰ ਪਾੜਨ ਦੀ ਨਾਕਾਮ ਕੋਸ਼ਿਸ਼ ਵੀ ਕੀਤੀ। ਰਾਕੇਸ਼ ਟਕੈਤ ਨੇ ਕਹਿੰਦੇ ਭਰੋਸਾ ਦਿੱਤਾ ਕਿ ਉਹ ਕਿਸਾਨ ਜਥੇਬੰਦੀਆਂ ਦੇ ਨਾਲ ਹਨ। ਉਹਨਾਂ ਕਿਹਾ ਕਿ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਲਈ ਸੰਸਦ ਦਾ ਵਿਸ਼ੇਸ਼ ਸਦਨ ਸੱਦਿਆ ਜਾਵੇ, ਕਿਉਂਕਿ ਕਾਨੂੰਨੀ ਮਾਹਿਰਾਂ ਦਾ ਵੀ ਇਹੀ ਸੁਝਾਅ ਹੈ। ਕਿਸਾਨ ਜਥੇਬੰਦੀਆਂ ਖੇਤੀ ਕਾਨੂੰਨਾਂ ਬਾਰੇ ਇਤਰਾਜ਼ ਲਿਖਤੀ ਵਿੱਚ ਦੇਣਗੀਆਂ। ਉਹਨਾਂ ਨੇ ਕਿਹਾ ਕਿ ਮੰਗਾਂ ਨਾ ਮੰਨਣ ਦੀ ਸੂਰਤ ਵਿੱਚ ਸਿੰਘੂ ਟੀਕਰੀ ਤੇ ਹੋਰਨਾਂ ਥਾਵਾਂ ਤੇ ਧਰਨੇ ਜਾਰੀ ਰਹਿਣਗੇ।
ਕੇਰਲਾ ਤੋਂ ਲੈ ਕੇ ਉੱਤਰ ਪ੍ਰਦੇਸ਼ ਤੇ ਰਾਜਸਥਾਨ ਤੋਂ ਲੈ ਕੇ ਉੜੀਸਾ ਤੱਕ ਦੇ ਕਿਸਾਨ ਲੀਡਰਾਂ ਨੇ ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਹੇਠ ਇਸ ਅੰਦੋਲਨ ਦੇ ਨਾਲ ਜੁੜਨ ਦਾ ਫੈਸਲਾ ਲਿਆ। ਇਹ ਜਾਣਕਾਰੀ ਡਾਕਟਰ ਦਰਸ਼ਨਪਾਲ ਨੇ ਦਿੱਤੀ। ਉਹਨਾਂ ਕਿਹਾ ਕਿ ਸੰਯੁਕਤ ਕਿਸਾਨ ਮੋਰਚੇ ਵੱਲੋਂ 3 ਦਸੰਬਰ ਨੂੰ ਯਾਨੀ ਕਿ ਅੱਜ ਭੋਪਾਲ ਗੈਸ ਤਰਾਸਦੀ ਦੀ ਬਰਸੀ ਮੌਕੇ ਦੇਸ਼ ਭਰ ਵਿੱਚ ਕਾਰਪੋਰੇਟਾਂ ਖਿਲਾਫ ਰੋਸ ਪ੍ਰਦਰਸ਼ਨ ਕੀਤੇ ਜਾਣਗੇ। ਕਿਸਾਨਾਂ ਦੀ ਇੱਕ ਮੁੱਠਤਾ ਪ੍ਰਗਟਾਉਣ ਲਈ 5 ਦਸੰਬਰ ਨੂੰ ਮੋਦੀ ਸਰਕਾਰ, ਕਾਰਪੋਰੇਟਾਂ ਖਾਸ ਕਰਕੇ ਅਡਾਨੀ ਤੇ ਅੰਬਾਨੀ ਦੇ ਵਿਰੋਧ ਵਿੱਚ ਧਰਨੇ ਦਿੱਤੇ ਜਾਣਗੇ ਤੇ ਪੁਤਲੇ ਫੂਕੇ ਜਾਣਗੇ। ਉਹਨਾਂ ਇਹ ਵੀ ਕਿਹਾ ਕਿ ਖਿਡਾਰੀ ਜਵਾਨਾਂ ਦੇ ਵੱਲੋਂ ਆਪਣੇ ਸਨਮਾਨ ਵਾਪਸ ਕਰਨ ਦਾ ਜਿਹੜਾ ਐਲਾਨ ਹੈ ਉਸ ਦਾ ਅਸੀਂ ਸਵਾਗਤ ਕਰਦੇ ਹਾਂ ਤੇ ਬਾਕੀ ਵੀ ਅਜਿਹਾ ਜ਼ਰੂਰ ਕਰਨ ਕਿਸਾਨਾਂ ਦੇ ਹੱਕ ਦੇ ਵਿੱਚ। ਜਿਹੜੇ ਖਿਡਾਰੀ ਨੇ ਕਈਆਂ ਨੇ ਸਨਮਾਨ ਵਾਪਸ ਕਰਨ ਦੇ ਐਲਾਨ ਕੀਤੇ ਨੇ। ਕਿਸਾਨ ਲੀਡਰ ਹਰਿਆਣਾ ਤੋਂ ਜਿਹੜੇ ਗੁਰਨਾਮ ਸਿੰਘ ਚੜੂਨੀ, ਉਹਨਾਂ ਨੇ ਕਿਹਾ ਕਿ ਜੇਕਰ ਕੇਂਦਰ ਨੇ ਨਵੇਂ ਖੇਤੀ ਕਾਨੂੰਨ ਵਾਪਸ ਨਾ ਲਏ ਤਾਂ ਆਉਂਦੇ ਦਿਨਾਂ ਵਿੱਚ ਮੰਗਾਂ ਮਨਵਾਉਣ ਲਈ ਦਿੱਲੀ ਦੀਆਂ ਹੋਰ ਸੜਕਾਂ ਅਸੀਂ ਜਾਮ ਕਰ ਦਿਆਂਗੇ। ਕੈਨੇਡਾ ਦੇ ਪ੍ਰਧਾਨ ਮੰਤਰੀ ਤੱਕ ਉਹ ਕਹਿੰਦੇ ਕਿਸਾਨਾਂ ਤੇ ਹੋਏ ਅਤਿਆਚਾਰਾਂ ਤੇ ਦੁੱਖ ਪ੍ਰਗਟਾ ਰਹੇ ਨੇ। ਇਹ ਇੱਕ ਚੰਗਾ ਸੰਕੇਤ ਹੈ। ਖੇਤੀ ਕਾਨੂੰਨ ਰੱਦ ਕੀਤੇ ਜਾਣ ਤੱਕ ਅੰਦੋਲਨ ਜਾਰੀ ਰਹੇਗਾ। ਚੇਤਾਵਨੀ ਦਿੱਤੀ ਕਿ ਦੇਸ਼ ਦੀ ਬਦਨਾਮੀ ਨਾ ਹੋਵੇ ਤੇ ਬਗਾਵਤ ਵਰਗੇ ਹਾਲਾਤ ਨਾ ਬਣਨ, ਇਸ ਕਰਕੇ ਸਰਕਾਰ ਨੂੰ ਸਮਝ ਜਾਣਾ ਚਾਹੀਦਾ ਹੈ। ਕੱਲ੍ਹ ਦੀ ਪ੍ਰੈਸ ਕਾਨਫਰੰਸ ਦੇ ਵਿੱਚ ਕੇਰਲਾ, ਉੜੀਸਾ ਤੇ ਰਾਜਸਥਾਨ ਦੇ ਕਿਸਾਨ ਲੀਡਰ ਵੀ ਸ਼ਾਮਿਲ ਹੋਏ। ਹਜ਼ਾਰਾਂ ਦੀ ਗਿਣਤੀ ਵਿੱਚ ਪੰਜਾਬ, ਹਰਿਆਣਾ ਤੇ ਹੋਰਨਾਂ ਸੂਬਿਆਂ ਤੋਂ ਦਿੱਲੀ ਦੀਆਂ ਬਰੂਹਾਂ ਤੱਕ ਪਹੁੰਚੇ ਕਿਸਾਨਾਂ ਨੇ ਕੱਲ੍ਹ ਲਗਾਤਾਰ 7ਵੇਂ ਦਿਨ ਵੱਖ-ਵੱਖ ਥਾਈਂ ਲਾਏ ਧਰਨੇ ਪ੍ਰਦਰਸ਼ਨਾਂ ਨੂੰ ਮਹਿੰਗਾਈ ਰੱਖਿਆ ਤੇ ਅੱਜ ਇਸ ਪ੍ਰਦਰਸ਼ਨ ਦਾ ਦਿੱਲੀ ਦੇ ਵਿੱਚ ਪ੍ਰਦਰਸ਼ਨ ਦਾ 8ਵਾਂ ਦਿਨ ਹੈ। 32 ਕਿਸਾਨ ਜਥੇਬੰਦੀਆਂ ਦੇ ਲੀਡਰਾਂ ਨੇ ਸੰਘਰਸ਼ ਮਹਿੰਗਾਈ ਰੱਖਣ ਤੇ ਅਗਲੇਰੀ ਰਣਨੀਤੀ ਘੜਨ ਲਈ ਸਿੰਘੂ ਸਰਹੱਦ ਦੇ ਉੱਤੇ ਕੱਲ੍ਹ ਪੂਰਾ ਦਿਨ ਬੈਠਕਾਂ ਕੀਤੀਆਂ, ਜਿਹਦੇ ਵਿੱਚ ਕਿਸਾਨ ਯੂਨੀਅਨ ਦੇ ਲੀਡਰ ਰਾਕੇਸ਼ ਟਕੈਤ ਵੀ ਸ਼ਾਮਿਲ ਹੋਏ, ਜਿਹਦੇ ਨਾਲ ਕੇਂਦਰ ਨੇ ਵੱਖਰੀ ਮੀਟਿੰਗ ਕੀਤੀ ਹੈ। ਸੋ ਕਿਸਾਨ ਜਥੇਬੰਦੀਆਂ ਨੇ ਅੱਜ ਮੀਟਿੰਗ ਕਰਨ ਦੇ ਲਈ ਰੂਪ ਰੇਖਾ ਵੀ ਉਲੀਕੀ, ਕੀ ਰਣਨੀਤੀ ਦੇ ਨਾਲ ਗੱਲ ਕਰਨੀ ਹੈ। ਸੋ ਦੇਖਣਾ ਹੋਏਗਾ ਕਿ ਕੀ ਜਿਹੜਾ ਇਸ ਮੀਟਿੰਗ ਦੇ ਵਿੱਚੋਂ ਕੁਝ ਨਿਕਲੇਗਾ ਜਾਂ ਫਿਰ ਚੌਥੀ ਮੀਟਿੰਗ ਵੀ ਬੇਸਿੱਟਾ ਹੀ ਰਹੂਗੀ। ਉਧਰ ਆਲ ਇੰਡੀਆ ਮੋਟਰ ਟਰਾਂਸਪੋਰਟ ਕਾਂਗਰਸ ਨੇ ਕਿਸਾਨਾਂ ਵੱਲੋਂ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਵਿੱਢੇ ਸੰਘਰਸ਼ ਦੀ ਹਮਾਇਤ ਕਰਦਿਆਂ ਉੱਤਰੀ ਭਾਰਤ ਵਿੱਚ ਕੌਮੀ ਪੱਧਰ ਉੱਤੇ ਢੋਆ ਢੁਆਈ ਬੰਦ ਕਰਨ ਦੀ ਚੇਤਾਵਨੀ ਦਿੱਤੀ ਹੈ। ਵੱਡੀ ਖਬਰ ਹੈ ਕਿ ਟਰਾਂਸਪੋਰਟ ਮਹਿਕਮੇ ਦੇ ਵੱਲੋਂ ਢੋਆ ਢੁਆਈ ਬੰਦ ਕਰਨ ਦੀ ਚੇਤਾਵਨੀ ਦਿੱਤੀ ਗਈ ਹੈ। ਪੂਰੇ ਭਾਰਤ ਵਿੱਚ ਭਾਰਤ ਦੇ ਸੜਕ ਆਵਾਜਾਈ ਭਾਈਚਾਰੇ ਨੇ ਕਿਸਾਨ ਅੰਦੋਲਨ ਨੂੰ ਵੱਡੀ ਹਮਾਇਤ ਦਿੱਤੀ ਹੈ। ਆਲ ਇੰਡੀਆ ਟਰਾਂਸਪੋਰਟ ਕਾਂਗਰਸ ਦੇ ਕੌਮੀ ਪ੍ਰਧਾਨ ਕੁਲਤਾਰਨ ਅਟਵਾਲ ਨੇ ਕਿਹਾ ਕਿ ਕਿਸਾਨ ਆਪਣੇ ਜਾਇਜ਼ ਹੱਕਾਂ ਲਈ ਲੜ ਰਹੇ ਨੇ। ਭਾਰਤ ਦੇ ਸੜਕ ਆਵਾਜਾਈ ਸੈਕਟਰ ਦੀ ਤਰ੍ਹਾਂ ਖੇਤੀ ਸੈਕਟਰ ਦੇਸ਼ ਦੀ ਰੀੜ੍ਹ ਦੀ ਹੱਡੀ ਹੈ ਤੇ ਜੀਵਨ ਰੇਖਾ ਹੈ। ਕਿਸਾਨ ਹੀ ਦੇਸ਼ ਨੂੰ ਭੋਜਨ ਦੇਣ ਵਾਲੇ ਨੇ। 70% ਖੇਤੀਬਾੜੀ ਤੇ ਨਿਰਭਰ ਕਰਦੇ ਨੇ। ਪੂਰਾ ਉੱਤਰ ਭਾਰਤ ਕਹਿੰਦੇ ਪ੍ਰਭਾਵਿਤ ਹੋਇਆ ਤੇ ਹਜ਼ਾਰਾਂ ਟਰੱਕ ਖਾਣਾ, ਸਬਜ਼ੀਆਂ ਤੇ ਹੋਰ ਸਮਾਨ ਲੈ ਕੇ ਜਾਂਦੇ ਨੇ। ਇਸ ਕਰਕੇ ਜੇ ਮੰਗਾਂ ਨਾ ਮੰਨੀਆਂ ਤਾਂ ਅਸੀਂ ਕੌਮੀ ਪੱਧਰ ਤੇ ਢੋਆ ਢੁਆਈ ਬੰਦ ਕਰ ਦਿਆਂਗੇ। ਕਿਸਾਨੀ ਸੰਘਰਸ਼ ਦੇ ਨਾਲ ਜੁੜੀ ਥੋੜੀ ਮਾਯੂਸ ਕਰਨ ਵਾਲੀ ਖਬਰ ਹੈ ਕਿ ਦਿੱਲੀ ਧਰਨੇ ਵਿੱਚ ਗਏ 2 ਹੋਰ ਕਿਸਾਨਾਂ ਦੀ ਮੌਤ ਹੋ ਗਈ ਹੈ। ਵੱਖੋ ਵੱਖਰੀਆਂ ਘਟਨਾਵਾਂ ਦੇ ਵਿੱਚ ਮੌਤ ਹੋਈ ਹੈ। ਦਿੱਲੀ ਦੀਆਂ ਬਰੂਹਾਂ ਤੱਕ ਪਹੁੰਚੇ ਮਾਨਸਾ ਦੇ ਕਿਸਾਨ ਗੁਰਜੰਟ ਸਿੰਘ 58 ਸਾਲ ਦੀ ਉਮਰ ਸੀ, ਪਿੰਡ ਬੱਛੂਆਣਾ ਦੇ ਰਹਿਣ ਵਾਲੇ ਸੀ। ਉਹਨਾਂ ਦੀ ਮੌਤ ਹੋ ਗਈ, ਜਦੋਂ ਕਿ ਇੱਕ ਨੌਜਵਾਨ ਕਿਸਾਨ ਦੀ ਵੀ 1 ਦਸੰਬਰ ਨੂੰ ਸ਼ਾਮ ਕਰੀਬ 4 ਵਜੇ ਦਿੱਲੀ ਤੋਂ ਵਾਪਸ ਆਉਂਦੇ ਸਮੇਂ ਵਾਪਰੇ ਇੱਕ ਸੜਕ ਹਾਦਸੇ 'ਚ ਮੌਤ ਹੋਈ ਹੈ। ਕਿਸਾਨ ਗੁਰਜੰਟ ਸਿੰਘ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਨਾਲ ਵਰਕਰ ਦੇ ਵਜੋਂ ਲੰਬੇ ਸਮੇਂ ਤੋਂ ਜੁੜਿਆ ਹੋਇਆ ਸੀ ਤੇ ਮ੍ਰਿਤਕ ਕਿਸਾਨ ਆਪਣੇ ਪਿੱਛੇ ਪਤਨੀ, 2 ਪੁੱਤਰ ਤੇ 1 ਧੀ ਛੱਡ ਗਿਆ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜਿਹੜੇ ਜ਼ਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀਬਾਗਾ, ਉਹਨਾਂ ਨੇ ਸੂਚਨਾ ਜਾਣਕਾਰੀ ਦਿੱਤੀ ਹੈ ਕਿ ਗੁਰਜੰਟ ਸਿੰਘ 1 ਦਸੰਬਰ ਦੀ ਸ਼ਾਮ ਨੂੰ ਧਰਨੇ ਦੇ ਵਿੱਚ ਬਿਮਾਰ ਹੋ ਗਿਆ ਸੀ। ਪਤਾ ਲੱਗਿਆ ਕਿ ਸ਼ਾਇਦ ਦਿਲ ਦਾ ਦੌਰਾ ਪਿਆ ਸੀ, ਜਿਸ ਨੂੰ ਬਹਾਦਰਗੜ੍ਹ ਦੇ ਸਿਵਲ ਹਸਪਤਾਲ ਵਿੱਚ ਵੀ ਲਿਜਾਇਆ ਗਿਆ। ਹਾਲਤ ਵਿਗੜਨ ਤੋਂ ਬਾਅਦ ਡਾਕਟਰਾਂ ਨੇ PGI ਰੋਹਤਕ ਰੈਫਰ ਕਰ ਦਿੱਤਾ। PGI ਵਿੱਚ ਨਮੂਨੇ ਹੀ ਲਏ ਜਾ ਰਹੇ ਸੀ ਹਲੇ ਕਿ ਉਹਨਾਂ ਦੀ ਮੌਤ ਹੋ ਗਈ। ਜਥੇਬੰਦੀ ਦੇ ਵੱਲੋਂ ਦੇਹ ਹੈ ਜਿਹੜੀ ਰੋਹਤਕ ਦੇ ਸਿਵਲ ਹਸਪਤਾਲ ਵਿੱਚ ਰਖਵਾ ਦਿੱਤੀ ਗਈ ਹੈ ਅਤੇ ਸਰਕਾਰ ਤੋਂ ਉਹਨਾਂ ਦੇ ਸੰਸਕਾਰ ਤੋਂ ਪਹਿਲਾਂ 10 ਲੱਖ ਰੁਪਏ ਦਾ ਮੁਆਵਜ਼ਾ, ਪਰਿਵਾਰ ਦੇ 1 ਜੀਅ ਨੂੰ ਨੌਕਰੀ, ਸਰਕਾਰੀ ਪ੍ਰਾਈਵੇਟ ਕਰਜ਼ਾ ਮਾਫ ਕਰਨ ਦੀ ਜਿਹੜੀ ਮੰਗ ਕੀਤੀ ਹੈ। ਤੇ ਕਿਸਾਨ ਗੁਰਜੰਟ ਸਿੰਘ ਜਥੇਬੰਦੀ ਦੇ ਹਰ ਅੰਦੋਲਨ ਦੇ ਵਿੱਚ ਸਰਗਰਮੀ ਦੇ ਨਾਲ ਹਿੱਸਾ ਲੈਂਦਾ ਸੀ। ਇਸ ਤੋਂ ਪਹਿਲਾਂ ਕਿਸਾਨ ਜਿਹੜੇ ਮਾਨਸਾ ਜ਼ਿਲ੍ਹੇ ਦੇ ਇੱਕ ਹੋਰ ਕਿਸਾਨ ਧੰਨਾ ਸਿੰਘ ਚਾਹਲ ਦੀ ਵੀ ਦਿੱਲੀ ਜਾਂਦਿਆਂ ਇੱਕ ਦੁਰਘਟਨਾ ਦੇ ਵਿੱਚ ਮੌਤ ਹੋ ਗਈ ਸੀ। ਤੇ ਜਿਹੜਾ ਇੱਕ ਨੌਜਵਾਨ ਦੀ ਮੌਤ ਹੋਈ ਹੈ ਉਹ ਦਿੱਲੀ ਕਿਸਾਨ ਮੋਰਚੇ ਦੇ ਵਿੱਚ ਗਿਆ ਹੋਇਆ ਸੀ। ਪਾਇਲ ਦੇ ਪਿੰਡ ਝਮਟ ਦਾ ਰਹਿਣ ਵਾਲਾ ਸੀ। 27 ਨਵੰਬਰ ਨੂੰ 2 ਮੋਟਰਸਾਈਕਲਾਂ ਤੇ ਸਵਾਰ 4 ਨੌਜਵਾਨ ਦਿੱਲੀ ਕਿਸਾਨ ਮੋਰਚੇ ਵਿੱਚ ਗਏ ਸੀ। ਘਰੇਲੂ ਰੁਝੇਵਿਆਂ ਦੇ ਕਾਰਨ 1 ਦਸੰਬਰ ਨੂੰ ਸ਼ਾਮ ਕਰੀਬ 4 ਵਜੇ ਦਿੱਲੀ ਤੋਂ ਮੋਟਰਸਾਈਕਲ ਤੇ ਘਰ ਵਾਪਸ ਆ ਰਹੇ ਬਲਜਿੰਦਰ ਸਿੰਘ ਗੋਲੂ, ਸਿਰਫ 31 ਸਾਲ ਦੀ ਉਮਰ ਸੀ, ਜਗਤਾਰ ਸਿੰਘ ਦਾ ਪੁੱਤਰ ਸੀ, ਉਸ ਦੀ ਸੜਕ ਹਾਦਸੇ ਵਿੱਚ ਮੌਤ ਹੋ ਗਈ। ਇਹ ਕਿਸਾਨ ਆਪਣੇ ਮਾਤਾ ਪਿਤਾ ਦਾ ਇਕਲੌਤਾ ਪੁੱਤਰ ਸੀ। ਆਪਣੇ ਪਿੱਛੇ ਮਾਤਾ ਚਰਨਜੀਤ ਕੌਰ, ਪਤਨੀ ਅਮਨਦੀਪ ਕੌਰ, 1 ਪੁੱਤਰੀ ਤੇ 1 ਪੁੱਤਰ ਨੂੰ ਛੱਡ ਗਿਆ ਤੇ ਬਲਜਿੰਦਰ ਸਿੰਘ ਗੋਲੂ ਦਾ ਸੰਸਕਾਰ ਹੈ ਪਿੰਡ ਝਮਟ ਦੇ ਵਿੱਚ ਕਰ ਦਿੱਤਾ ਗਿਆ। ਤੇ ਇੱਥੇ ਵੀ ਜਿਹੜੇ ਕਿਸਾਨ ਲੀਡਰ ਹੈਗੇ ਨੇ ਉਹਨਾਂ ਨੇ ਗੋਲੂ ਦੇ ਪਰਿਵਾਰ ਦੇ ਲਈ ਵੀ ਜਿਹੜੀ ਮਾਲੀ ਮਦਦ ਦੀ ਮੰਗ ਕੀਤੀ ਹੈ, ਨੌਕਰੀ ਦੀ ਮੰਗ ਕੀਤੀ ਹੈ ਤੇ ਕਰਜ਼ਾ ਮਾਫੀ ਦੀ ਮੰਗ ਕੀਤੀ ਹੈ।
उधर दिल्ली के मुख मंत्री अरविंद केजरीवाल ने मुख मंत्री कैप्टन अमरिंदर सिंह ते इल्जाम लाए ने। दोवां दे विच मुड़ तो जिहड़ा नोक झोक होण दे आसार हैगे ने। केजरीवाल ने दोष लाया है कि मुख मंत्री कैप्टन अमरिंदर सिंह केंद्र सरकार दे दबाਅ हेठ ने। उन्हां कोल बड़े मौके सी कि वो खेती कानूनां नूं रद्द कर सकदे सी, पर उन्हां ने नहीं कीता। केजरीवाल ने कहा है कि कैप्टन भाजपा की बोली बोल रहे हैं, क्योंकि पंजाब के मुख मंत्री का परिवार ईडी के केसां का सामना कर रहा है। कहते कैप्टन दोष शायद इसलिए ला रहे हैं क्योंकि वो भाजपा के नाल दोस्ती निभा रहे हैं जां फिर उन्हां दे उत्ते दबाਅ है। केजरीवाल कहते हैं कि खेती कानूनां नूं लागू करन लई बनाई गई कमेटी विच भी कैप्टन अमरिंदर शामिल सी, पर उन्होंने इसका विरोध ही नहीं किया। दोष लाया कि कैप्टन कोल खेती बिलां नूं रोकण दा पूरा मौका सी, पर उन्होंने अजिहा नहीं किया। इस दे नाल ही केजरीवाल ने दावा किया, किसानों की हमायती होने का भी दावा किया कि केंद्र सरकार दिल्ली के 9 स्टेडियमां नूं जेलां 'च तब्दील करना चाहती सी ताकि किसानों नूं उत्थे डक के संघर्ष दबाया जा सके। पर दिल्ली सरकार दे उत्ते दबाਅ के बावजूद भी दिल्ली सरकार ने इसकी इजाजत नहीं दी ते हुण दिल्ली सरकार साडे तो औखी हुई पई है। दिल्ली सरकार यानी कि केंद्र की सरकार, क्योंकि दिल्ली दे विच जिहड़ी अपनी सरकार है वो केजरीवाल की सरकार है। तो उधर मुख मंत्री कैप्टन अमरिंदर सिंह अज दिल्ली दे विच केंद्रीय गृह मंत्री अमित शाह दे नाल मुलाकात करन लई पहुंच रहे ने। मुख मंत्री दफ्तर दे वल्लों पहलां ही केंद्रीय गृह मंत्री तो समा लिया गया। बेशक किसान धिरां ने केंद्र ते दबाਅ बनाया होया, पर मुख मंत्री भी अपने पद्धर ते केंद्र कोल खेती कानूनां दा मसला विचारनगे। सो काफ़ी दिनां दे बाद मुख मंत्री नूं समा मिलिया, क्योंकि उन्हां ने प्रधानमंत्री नाल मुलाकात दा भी समा मंगिया सी, गृह मंत्री नाल भी समा मंगिया सी, पर अज जाके ये मीटिंग है जिहड़ी वो होण वाली है। तो उधर मुख मंत्री कैप्टन अमरिंदर सिंह ने दिल्ली के मुख मंत्री अरविंद केजरीवाल ते भी पलटवार कर दिता है, जवाब दे दिता। नाल दी नाल जवाब दे दिंदे ने, कहा कि आप लीडर किसान भाईचारे के हितों की रखिया करन विच नाकाम रहा है ते नाकामी नूं लुकाउण लई बुखलाहट दे विच आके केजरीवाल हुण हल्की राजनीति कर रहा है ते दोगली नीति अपना रहा है। केंद्रीय कानूनां नूं दिल्ली विच नोटिफाई करके किसानां दी लड़ाई कमज़ोर करन दे लई आम आदमी पार्टी के लीडरां दी आलोचना करदिआं कैप्टन ने केजरीवाल नूं सवाल किया कि तुसीं पंजाब वांगू अपने सूबे की विधान सभा विच कानून पास करके केंद्र खिलाफ स्टैंड क्यों नहीं लैंदे, जे तुसीं इन्ना ही जिहड़ा है वो किसानां दे हमायती अपने आप नूं दर्शाउंदे हो। मुख मंत्री ने केजरीवाल दे उस दावे नूं भी मूलों रद्द किया कि सूबे केंद्रीय कानूनां दे खिलाफ बेबस ने। उन्होंने कहा कि इस तो स्पष्ट हुंदा है कि आप लीडर संघर्ष की कोशिश भी नहीं करना चाहता। उधर चंडीगढ़ दे विच यूथ कांग्रेसियां ने हरियाणा के मुख मंत्री मनोहर लाल खट्टर की रिहायश घेरन का यतन किया। इस दौरान पुलिस ने खट्टर की रिहायश तो कुछ दूरी के उत्ते ही यूथ कांग्रेस के कारकुनां नूं रोक लिया ते पानी दीआं बुछाड़ां भी सुट्टियां। पुलिस ने यूथ कांग्रेस पंजाब के प्रधान बरिंदर सिंह ढिल्लों सने दर्जनां लीडरां खिलाफ केस भी दर्ज किया। ढिल्लों ने कहा कि हरियाणा सरकार केंद्र के इशारिਆਂ उत्ते किसानां ते अत्याचार कर रही है, जदों कि हर वर्ग किसानां दे नाल चट्टान वांग खड़ा है। उन्होंने कहा कि खेती कानूनां खिलाफ पंजाब सने देश के होरनां किसानां दे वल्लों पहले दिन तो ही शांतमई ढंग नाल रोस प्रदर्शन किया जा रहा है ते जदों दिल्ली कूच कर रहे सी तां हरियाणा सरकार ने किसानां नूं जबरी रोकण की कोशिश की, जल तोपां ते अथरू गैस की वरतों की ते उन्होंने केंद्र सरकार तो भी मांग की कि अड़ीअल रवैये नूं छड्ड के केंद्र खेती कानून वापस लै लवे जिन्ना जल्दी हो सकता है। किसान भी दिल्ली धरने दे विच जिहड़े जुटे हुए ने वो बार बार कह रहे हैं, जिन्ने भी लोग इत्थे मौजूद ने, कि केंद्र सरकार जिन्ना जल्दी हो सकता है इन्हां कानूनां नूं वापस लवे, क्योंकि केंद्र सरकार नूं समझ लेना चाहिए कि असीं वापस नहीं जाना। सो जिन्ना जल्दी साडी मुश्किल हल कर दू असीं भी घरां नूं जाण जोगे हो जांगे। और मुख मंत्री खट्टर की रिहायश का घिराओ करन जांदे यूथ कांग्रेस के वर्करां दे विच शामिल कुछ व्यक्तियों ने गोदी मीडिया के नां हेठ पत्रकारां ते पथराव भी किया। कौमी पद्धर के टीवी चैनल का एक पत्रकार जख्मी हो गया, उसके सिर विच टांके भी लगे ते पंजाब यूथ कांग्रेस के आगूआं ते कैप्टन अमरिंदर सिंह ने इस दी निंदा भी की है पत्रकारां दे नाल बदसलूकी दी। ते मुख मंत्री के मीडिया सलाहकार रवीन ठकराल ने कहा कि जिम्मेवार लोगों के खिलाफ सख्त कार्रवाई भी की जाएगी, क्योंकि कांग्रेस के प्रोटेस्ट दे विच शामिल लोग सी। संघर्ष की मोर्चों की गल कर लईए तो बरनाला रेलवे स्टेशन ते लग्या पक्का मोर्चा लगातार बुलंदियां छू रहा है, उससे जज्बे ते उत्साह दे नाल चल रहा है। एक पासे स्कूली विद्यार्थी खास करके गगनदीप, गुरवीर, स्वरनप्रीत स्टेज तो मोदी हुकूमत खिलाफ नारे बुलंद करके पंडाल दे विच नवां जोश भर दिंदे ने। ते उधर 80 सालां दी बजुर्ग माता प्रीतम कौर ठीकरीवाल भी जोशीले नारिਆਂ ਦੇ ਨਾਲ हौसला भर दिंदी है। ये माता 3 महीने तो लगातार चल रहे सांझे किसान मोर्चे विच हाज़री भर रही है। बिरध माता का पति सुखदेव सिंह, उन्हां दी उम्र भी 86 साल है, वो भी किसान संघर्ष दे विच अपने हक्कां दी लड़ाई लड़ रहा है। माता प्रीतम कौर दे नूंह पुत्तर भी किसानी घोल विच वध चढ़ के शिरकत कर रहे हैं। धरने विच रोजाना शामिल होण आउंदी बेबे प्रीतम कौर
ਨੂੰ ਜਦੋਂ ਕਿਸਾਨ ਲੀਡਰ ਨਾਰਾਇਣ ਦੱਤ ਨੇ ਉਮਰ ਦੇ ਲਿਹਾਜ਼ ਦੇ ਨਾਲ ਘਰ ਬੈਠ ਕੇ ਅੰਦੋਲਨ ਨੂੰ ਹਮਾਇਤ ਦੇਣ ਦੀ ਸਲਾਹ ਦਿੱਤੀ ਤਾਂ ਬੇਬੇ ਨੇ ਇਹ ਜਵਾਬ ਦਿੱਤਾ ਸੀ ਕਿ ਪੁੱਤ, ਜਦੋਂ ਪੁੱਤ ਪੋਤਿਆਂ ਦੀ ਰੋਜ਼ੀ ਰੋਟੀ ਖਤਰੇ 'ਚ ਹੋਵੇ ਤਾਂ ਮਾਵਾਂ ਦਾ ਘਰ ਬੈਠਣਾ ਧਿਰਗ ਹੈ। ਆਪਣੇ ਹੱਕਾਂ ਦੇ ਲਈ ਅਸੀਂ ਹਰ ਕੁਰਬਾਨੀ ਲਈ ਤਿਆਰ ਹਾਂ। ਤੁਸੀਂ ਇਹ ਦੱਸੋ ਵੀ ਹੁਣ ਦਿੱਲੀ ਵੱਲ ਕਦੋਂ ਅਸੀਂ ਕੂਚ ਕਰੀਏ। ਸੋ ਇਹ ਉਤਸ਼ਾਹ ਹੈ ਬਜ਼ੁਰਗਾਂ ਦੇ ਵਿੱਚ ਵੀ, ਬੱਚਿਆਂ ਦੇ ਵਿੱਚ ਵੀ। ਉਧਰ ਕਸਬਾ ਸ਼ਹਿਣਾ ਦੇ ਵਿਦੇਸ਼ਾਂ ਵਿੱਚ ਰਹਿੰਦੇ ਪ੍ਰਵਾਸੀ ਭਾਰਤੀਆਂ ਨੇ ਗ੍ਰਾਮ ਪੰਚਾਇਤ ਸ਼ਹਿਣਾ ਦੇ ਰਾਹੀਂ ਕਿਸਾਨੀ ਸੰਘਰਸ਼ ਲਈ 4,70,000 ਰੁਪਏ ਦੀ ਸਹਾਇਤਾ ਰਾਸ਼ੀ ਭੇਜੀ ਹੈ। ਕਾਂਗਰਸ ਲੀਡਰ ਰਾਹੁਲ ਗਾਂਧੀ ਨੇ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦੇ ਦਾਅਵਿਆਂ ਲਈ ਕੇਂਦਰ ਸਰਕਾਰ ਤੇ ਮੁੜ ਹੱਲਾ ਬੋਲਿਆ। ਕਿਹਾ ਕਿ ਅਸਲ ਦੇ ਵਿੱਚ ਸੂਟ ਬੂਟ ਦੀ ਸਰਕਾਰ ਦੇ ਰਾਜ ਦੇ ਵਿੱਚ ਕਿਸਾਨਾਂ ਦੀ ਆਮਦਨ ਅੱਧੀ ਰਹਿ ਗਈ ਹੈ, ਜਦੋਂ ਕਿ ਸਰਕਾਰ ਦੇ ਵੱਡੇ ਕਾਰੋਬਾਰੀ ਦੋਸਤਾਂ ਦੀ ਕਮਾਈ ਵੱਧ ਕੇ 4 ਗੁਣਾ ਹੋ ਗਈ ਹੈ। ਰਾਹੁਲ ਨੇ ਟਿੱਪਣੀਆਂ ਅਜਿਹੇ ਮੌਕੇ ਕੀਤੀਆਂ ਨੇ ਜਦੋਂ ਪੰਜਾਬ ਤੇ ਹਰਿਆਣਾ ਦੇ ਕਿਸਾਨ ਰਾਜਧਾਨੀ ਦੇ ਨਾਲ ਲੱਗਦੇ ਸਿੰਘੂ, ਟਿਕਰੀ ਤੇ ਗਾਜ਼ੀਪੁਰ ਸਰਹੱਦਾਂ ਦੇ ਉੱਤੇ ਡਟੇ ਹੋਏ ਨੇ। ਉਹਨਾਂ ਨੇ ਕਿਹਾ ਕਿ ਕਿਸਾਨਾਂ ਦੀ ਆਮਦਨ ਉਹ ਕਹਿੰਦੇ ਨੇ ਕਿ ਦੁੱਗਣੀ ਹੋ ਜਾਏਗੀ, ਪਰ ਉਹਨਾਂ ਨੇ ਜੋ ਕੀਤਾ ਹੈ ਉਸ ਨਾਲ ਤਾਂ ਉਹਨਾਂ ਦੇ ਦੋਸਤਾਂ ਦੀ ਆਮਦਨ 4 ਗੁਣਾ ਤੇ ਕਿਸਾਨਾਂ ਦੀ ਅੱਧੀ ਰਹਿ ਜਾਏਗੀ। ਸੂਟ ਬੂਟ ਦੀ ਇਹ ਸਰਕਾਰ ਝੂਠ ਤੇ ਲੁੱਟ ਦੀ ਸਰਕਾਰ ਹੈ। ਸੋ ਜਿਹੜਾ ਇਹ ਸੰਘਰਸ਼ ਹੈ, ਇਸ ਦਾ ਇੱਕ ਹੋਰ ਜਿਹੜਾ ਰੰਗ ਹੈ ਉਹ ਵੀ ਤੁਹਾਨੂੰ ਅਸੀਂ ਦੱਸ ਦਿੰਨੇ ਆ ਕਿ ਦਿੱਲੀ ਘੋਲ ਦੇ ਵਿੱਚ ਡਟੇ ਹੋਏ ਜਿਹੜੇ ਕਿਸਾਨ ਨੇ ਉਹਨਾਂ ਨੂੰ ਨਾ ਗਮ ਯਾਦ ਨੇ ਨਾ ਹੀ ਖੁਸ਼ੀਆਂ। ਆਪਣੇ ਉਹਨਾਂ ਦੇ ਪਰਿਵਾਰਾਂ ਦੇ ਵਿੱਚ ਚਾਹੇ ਕੋਈ ਵੀ ਖੁਸ਼ੀ ਦਾ ਪ੍ਰੋਗਰਾਮ ਹੈ, ਚਾਹੇ ਗਮੀ ਦਾ ਪ੍ਰੋਗਰਾਮ ਹੈ, ਉਹ ਸਾਰੇ ਪ੍ਰੋਗਰਾਮ ਤਿਆਗ ਕੇ ਸੰਘਰਸ਼ ਦੀਆਂ ਗੂੰਜਾਂ ਪਾਉਣ ਲੱਗੇ ਨੇ। ਨਾ ਕਿਸੇ ਖੁਸ਼ੀ ਵਿੱਚ ਸ਼ਰੀਕ ਹੋ ਰਹੇ ਨੇ, ਨਾ ਹੀ ਕਿਸੇ ਗਮੀ ਦੇ ਵਿੱਚ ਜਾ ਰਹੇ ਨੇ, ਤੇ ਉਹਨਾਂ ਦੇ ਲਈ ਹੁਣ ਦਿੱਲੀ ਮੋਰਚਾ ਹੀ ਜ਼ਿੰਦਗੀ ਬਣਿਆ ਹੋਇਆ। ਸੰਗਰੂਰ ਦੇ ਪਿੰਡ ਘਰਾਚੋਂ ਦੀ ਮਾਤਾ ਰਣਜੀਤ ਕੌਰ ਲਈ ਦਿੱਲੀ ਮੋਰਚਾ ਸਭ ਕੁਝ ਹੈ। ਉਹਦਾ ਸਹੁਰਾ ਤੇ ਭੈਣ ਅਧਰੰਗ ਦੇ ਮਰੀਜ਼ ਨੇ ਜਿਨ੍ਹਾਂ ਦੀ ਸੰਭਾਲ ਉਸਦੇ ਹਿੱਸੇ ਸੀ, ਪਰ ਹੁਣ ਉਹ ਉਹਨਾਂ ਨੂੰ ਛੱਡ ਕੇ ਦਿੱਲੀ ਔਰਤਾਂ ਦੇ ਜਥੇ ਵਿੱਚ ਪਹੁੰਚ ਗਈ ਹੈ। ਬੀਬੀ ਨੇ ਕਿਹਾ ਕਿ ਅਧਰੰਗ ਤੋਂ ਤਾਂ ਬਚ ਜਾਵਾਂਗੇ, ਖੇਤੀ ਕਾਨੂੰਨਾਂ ਤੋਂ ਬਚਣਾ ਮੁਸ਼ਕਿਲ ਹੈ। ਕਹਿੰਦੀ ਹੈ ਕਿ ਘਰ ਵਿੱਚ ਪਏ ਅਧਰੰਗ ਦੇ ਦੋਵੇਂ ਮਰੀਜ਼ ਵੀ ਖੁਦ ਦੁੱਖ ਚੱਲ ਰਹੇ ਨੇ, ਪਰ ਉਸਨੂੰ ਫੋਨ ਕਰਕੇ ਮੋਰਚੇ ਵਿੱਚ ਡਟਣ ਦਾ ਹੌਸਲਾ ਵੀ ਦੇ ਰਹੇ ਨੇ। ਇਸੇ ਤਰ੍ਹਾਂ ਮਾਨਸਾ ਦੇ ਪਿੰਡ ਰਾਏਪੁਰ ਮਾਖਾ ਦਾ ਕਰਨੈਲ ਸਿੰਘ ਵੀ ਟਿਕਰੀ ਸਰਹੱਦ ਤੇ ਬੈਠਾ ਹੈ। 38 ਸਾਲ ਦੀ ਭਰਜਾਈ ਦੀ ਮੌਤ ਹੋ ਗਈ ਹੈ, ਭਰਜਾਈ ਦੇ ਸੰਸਕਾਰ ਤੇ ਵੀ ਨਹੀਂ ਗਿਆ। ਕਹਿੰਦਾ ਕਿ ਸਹੁੰ ਖਾ ਕੇ ਤੁਰਿਆ ਸੀ, ਬਿਨਾਂ ਜਿੱਤੇ ਵਾਪਸ ਨਹੀਂ ਜਾਣਾ। ਇਸ ਤਰ੍ਹਾਂ ਹੋਰ ਵੀ ਪਤਾ ਨਹੀਂ ਕਿੰਨੇ ਜਿਹੜੇ ਕਿਸਾਨ ਹੈਗੇ ਨੇ, ਬੀਬੀਆਂ ਹੈਗੀਆਂ ਨੇ, ਬੰਦੇ ਹੈਗੇ ਨੇ, ਬਰਨਾਲਾ ਹੋਵੇ, ਫਤਿਹਗੜ੍ਹ ਹੋਵੇ ਜਾਂ ਫਿਰ ਮਾਨਸਾ ਹੋਵੇ, ਪਟਿਆਲਾ ਹੋਵੇ, ਹਰਿਆਣਾ ਦੇ ਵੀ ਕਿਸਾਨ। ਹਰਿਆਣਾ ਦੇ ਇੱਕ ਕਿਸਾਨ ਦੇ ਨਾਲ ਸਾਡੀ ਮੁਲਾਕਾਤ ਹੋਈ ਸੀ। ਉਹ ਕਹਿੰਦੇ ਸੀ ਕਿ ਮੇਰੀ ਭੈਣ ਦੀ ਕੁੜੀ ਦਾ 15 ਦਿਨ ਬਾਅਦ ਵਿਆਹ ਹੈ, ਪਰ ਮੈਂ ਵੀ ਸਹੁੰ ਖਾ ਕੇ ਆਇਆ ਸੀ ਵੀ ਉਹਨਾਂ ਚਿਰ ਵਾਪਸ ਨਹੀਂ ਆਉਣਾ ਜਿੰਨਾ ਚਿਰ ਇਹ ਜਿਹੜਾ ਮੋਰਚਾ ਜਿੱਤਿਆ ਨਹੀਂ ਜਾਂਦਾ। ਅੱਖਾਂ ਵਿੱਚੋਂ ਅਥਰੂ ਵੀ ਆ ਗਏ ਸੀ, ਪਰ ਫਿਰ ਵੀ ਉਹ ਕਹਿੰਦੇ ਕਿ ਮੈਂ ਡਟਿਆ ਰਹੂੰਗਾ। ਭੈਣ ਦਾ ਰਿਸ਼ਤਾ ਸਭ ਤੋਂ ਨੇੜਲਾ ਹੁੰਦਾ ਹੈ, ਤੇ ਭੈਣ ਦੀ ਕੁੜੀ ਦਾ, ਭਾਣਜੀ ਦਾ ਵਿਆਹ ਹੋਵੇ ਤੇ ਮਾਮਾ ਨਾ ਜਾਵੇ ਤੇ ਬਹੁਤ ਹੀ ਅਧੂਰਾ ਰਹਿ ਜਾਂਦਾ ਹੈ, ਬਹੁਤ ਕੁਝ ਅਧੂਰਾ ਰਹਿ ਜਾਂਦਾ ਹੈ। ਸੋ ਇਸ ਤਰ੍ਹਾਂ ਦਾ ਜਿਹੜਾ ਇਹ ਸੰਘਰਸ਼ ਹੈ, ਉਹ ਸੰਘਰਸ਼ੀ ਰੰਗ ਨੇ ਜਿਹੜੇ ਉਹ ਅਸੀਂ ਤੁਹਾਨੂੰ ਦਿਖਾ ਰਹੇ ਹਾਂ। ਇੱਕ ਹੋਰ ਖਬਰ ਹੈ ਜਿਹੜੀ ਉਹ ਵੀ ਤੁਹਾਨੂੰ ਦੱਸ ਦਈਏ, ਕਿਸਾਨਾਂ ਦੀਆਂ ਹੋਰ ਵੀ ਖਬਰਾਂ ਨੇ। ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਨੂੰ ਹੁਕਮ ਦਿੱਤੇ ਨੇ ਕਿ ਜਾਂਚ ਏਜੰਸੀਆਂ ਦੇ ਦਫ਼ਤਰਾਂ ਦੇ ਵਿੱਚ CCTV ਲਾਏ ਜਾਣ। CBI, ED ਤੇ NIA ਦੇ ਦਫ਼ਤਰਾਂ ਵਿੱਚ CCTV ਤੇ ਹੋਰ ਰਿਕਾਰਡਿੰਗ ਉਪਕਰਨ ਲਾਉਣ ਦੇ ਹੁਕਮ ਸੁਪਰੀਮ ਕੋਰਟ ਨੇ ਮੋਦੀ ਸਰਕਾਰ ਨੂੰ ਦੇ ਦਿੱਤੇ ਨੇ, ਤੇ ਹੋਰ ਜਾਂਚ ਏਜੰਸੀਆਂ ਦੇ ਦਫ਼ਤਰਾਂ ਵਿੱਚ ਵੀ ਇਸੇ ਤਰ੍ਹਾਂ ਦੇ ਉਪਕਰਨ ਲਾਉਣ ਲਈ ਕਿਹਾ ਗਿਆ ਹੈ ਕਿ ਜਿੱਥੇ ਪੁੱਛ ਪੜਤਾਲ ਕੀਤੀ ਜਾਂਦੀ ਹੈ ਜਾਂ ਜਿਨ੍ਹਾਂ ਦੇ ਕੋਲ ਕਿਸੇ ਨੂੰ ਗ੍ਰਿਫਤਾਰ ਕਰਨ ਦੇ ਹੱਕ ਨੇ, ਉੱਥੇ ਉਹਨਾਂ ਜਾਂਚ ਏਜੰਸੀਆਂ ਦੇ ਦਫ਼ਤਰਾਂ ਦੇ ਵਿੱਚ CCTV ਲੱਗਣੇ ਚਾਹੀਦੇ ਨੇ। ਸੋ ਇੱਕ ਬਹੁਤ ਵੱਡਾ ਜਿਹੜਾ ਫੈਸਲਾ ਸੁਪਰੀਮ ਕੋਰਟ ਨੇ ਸੁਣਾਇਆ ਹੈ। ਹੁਣ ਇਹ 'ਤੇ ਕੇਂਦਰ ਸਰਕਾਰ ਅਮਲ ਕਰਦੀ ਹੈ ਜਾਂ ਨਹੀਂ ਕਰਦੀ, ਇਹ ਹੁਣ ਮੋਦੀ ਸਰਕਾਰ ਦੀ ਨੀਅਤ ਤੇ ਨਿਰਭਰ ਕਰਦਾ ਹੈ। ਦਿੱਲੀ ਸੰਘਰਸ਼ ਦੀ ਹੋਰ ਗੱਲ ਕਰ ਲਈਏ ਤਾਂ ਜਿਹੜਾ ਹੈ ਲਗਾਤਾਰ ਦਿੱਲੀ ਦੇ ਬਾਰਡਰ ਹੈਗੇ ਨੇ, ਸਿੰਘੂ ਬਾਰਡਰ ਹੋਵੇ ਜਾਂ ਟਿਕਰੀ ਬਾਰਡਰ ਹੋਵੇ ਜਾਂ ਫਿਰ ਗਾਜ਼ੀਆਬਾਦ ਹੋਵੇ, ਉੱਥੇ ਲਗਾਤਾਰ ਕਿਸਾਨ ਡਟੇ ਹੋਏ ਨੇ। ਤੇ ਸਿੰਘੂ ਬਾਰਡਰ ਤੇ ਜਦੋਂ ਅਸੀਂ ਰਿਪੋਰਟਿੰਗ ਕਰਨ ਪਹੁੰਚੇ ਤਾਂ 2 ਦਸੰਬਰ ਨੂੰ ਕੇਂਦਰ ਸਰਕਾਰ ਦੇ ਹੁਕਮਾਂ ਤੇ ਇੱਥੇ 7 ਤੋਂ 8 ਫੋਰਸ ਕੰਪਨੀਆਂ ਜਿਹੜੀਆਂ ਨੇ, ਫੋਰਸਾਂ ਨੇ, ਉਹ ਤੈਨਾਤ ਕਰ ਦਿੱਤੀਆਂ ਨੇ। ਸੁਰੱਖਿਆ ਫੋਰਸਾਂ ਨੂੰ ਤੈਨਾਤ ਕਰ ਦਿੱਤਾ। ਦਿੱਲੀ ਪੁਲਿਸ ਤਾਂ ਹੈ ਹੀ ਹੈ, ਇੱਥੇ BSF, RAF, CRPF ਤੇ ਹੋਰ ਫੋਰਸਾਂ ਵੱਡੀ ਗਿਣਤੀ ਦੇ ਵਿੱਚ ਇੱਥੇ ਭੇਜ ਦਿੱਤੀਆਂ ਗਈਆਂ ਨੇ। ਇੱਥੇ ਤਿੰਨ ਲੇਅਰ ਦੀ ਜਿਹੜੀ ਬੈਰੀਕੇਡਿੰਗ ਕੀਤੀ ਹੋਈ ਹੈ। ਇੱਕ ਪਾਸੇ ਫੋਰਸਾਂ ਨੇ ਵੱਡੀ ਗਿਣਤੀ ਦੇ ਵਿੱਚ, ਰੈਪਿਡ ਐਕਸ਼ਨ ਫੋਰਸ ਵੀ ਹੈ ਤੇ ਵਾਹਨ ਵੀ ਜਿਹੜੇ ਖੜੇ ਕੀਤੇ ਹੋਏ ਨੇ, ਦੰਗਾ ਰੋਕੂ ਵਾਹਨ ਇੱਥੇ ਲਿਆਂਦਾ ਗਿਆ, ਜਲ ਤੋਪਾਂ ਖੜੀਆਂ ਕਰ ਦਿੱਤੀਆਂ ਗਈਆਂ ਨੇ ਤੇ ਵੱਡੇ ਵੱਡੇ ਟਰੱਕਾਂ ਦੇ ਵਿੱਚ ਮਿੱਟੀ ਭਰ ਦਿੱਤੀ ਗਈ ਹੈ। ਜਿਵੇਂ ਹਰਿਆਣਾ ਦੇ ਵਿੱਚ ਆਪਾਂ ਦੇਖਿਆ ਸੀ ਕਿ ਸੜਕਾਂ ਤੇ ਕਿਸਾਨਾਂ ਦਾ ਰਾਹ ਰੋਕਣ ਦੇ ਲਈ ਵੱਡੇ ਵੱਡੇ ਮਿੱਟੀ ਦੇ ਢੇਰ ਲਾ ਦਿੱਤੇ ਗਏ ਸੀ। ਉਸੇ ਤਰੀਕੇ ਨਾਲ ਹੁਣ ਇੱਥੇ ਵੀ ਜਿਹੜਾ ਹੈਗਾ ਉਹ ਵਾਹਨ ਨੇ ਜਿਹੜੇ ਮਿੱਟੀ ਨਾਲ ਭਰ ਕੇ ਖੜੇ ਕਰ ਦਿੱਤੇ ਗਏ ਨੇ। ਹੁਣ ਇਹ ਜਿਹੜੀਆਂ ਫੌਜਾਂ ਇੱਥੇ ਲਾਈਆਂ ਗਈਆਂ ਨੇ, ਇਹ ਇੰਨੀ ਵੱਡੀ ਗਿਣਤੀ ਦੇ ਵਿੱਚ ਕਿਉਂ ਤੈਨਾਤ ਕੀਤੀਆਂ ਗਈਆਂ ਨੇ? ਕੀ ਕੇਂਦਰ ਸਰਕਾਰ ਨੂੰ ਕੋਈ ਡਰ ਹੈ ਕਿ ਕਿਸਾਨ ਹੁਣ ਦਿੱਲੀ ਦੇ ਅੰਦਰ ਵੱਲ ਨਾ ਕੂਚ ਕਰਨਾ ਸ਼ੁਰੂ ਕਰ ਦੇਣ? ਉਸ ਨੂੰ ਰੋਕਣ ਦੇ ਲਈ ਇਹ ਪ੍ਰਬੰਧ ਕੀਤੇ ਗਏ ਹੁਣ, ਇਸ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ।
ਤੇ ਉਧਰ ਕੰਗਣਾ ਰਣੌਤ ਨੇ ਜਿਹੜੀ ਬਠਿੰਡੇ ਦੀ ਬੀਬੀ ਮਹਿੰਦਰ ਕੌਰ ਦੇ ਨਾਲ ਗਲਤ ਬਿਆਨੀ ਕਰਕੇ ਪੰਗਾ ਲਿਆ ਸੀ ਔਰ ਬੀਬੀ ਨੇ ਵੀ ਉਸ ਨੂੰ ਕਰਾਰਾ ਜਵਾਬ ਹੈ ਜਿਹੜਾ ਉਹ ਭੇਜ ਦਿੱਤਾ ਹੈ। ਬੀਬੀ ਮਹਿੰਦਰ ਕੌਰ ਦੀ ਤਸਵੀਰ ਤੇ ਵਿਵਾਦਿਤ ਬਿਆਨ ਦਿੱਤਾ ਸੀ। ਕੰਗਣਾ ਨੇ ਕਿਹਾ ਸੀ ਕਿ ਇਹੋ ਜਿਹੀਆਂ ਬੀਬੀਆਂ 100 ਰੁਪਏ ਦੇ ਕੇ ਵੀ ਲਿਆਂਦੀਆਂ ਜਾਂਦੀਆਂ ਨੇ। ਮਹਿੰਦਰ ਕੌਰ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਕੀਲ ਹਾਕਮ ਸਿੰਘ ਰਾਹੀਂ ਕੰਗਣਾ ਰਣੌਤ ਨੂੰ ਕਾਨੂੰਨੀ ਨੋਟਿਸ ਭੇਜਿਆ, ਜਿਹਦੇ ਵਿੱਚ ਕੰਗਣਾ ਨੂੰ 7 ਦਿਨਾਂ ਦੇ ਅੰਦਰ ਬੀਬੀ ਮਹਿੰਦਰ ਕੌਰ ਤੋਂ ਮਾਫੀ ਮੰਗਣ ਦੀ ਹਦਾਇਤ ਦਿੱਤੀ ਗਈ ਹੈ। ਕੰਗਣਾ ਰਣੌਤ ਨੇ ਭਾਵੇਂ ਉਹ ਬਾਅਦ ਦੇ ਵਿੱਚ ਟਵੀਟ ਡਿਲੀਟ ਕਰ ਦਿੱਤਾ ਸੀ, 29 ਨਵੰਬਰ ਨੂੰ ਟਵੀਟ ਕੀਤਾ ਸੀ ਤੇ ਉਸੇ ਦਿਨ ਹੀ ਡਿਲੀਟ ਕਰ ਦਿੱਤਾ ਸੀ, ਪਰ ਫਿਰ ਵੀ ਉਹਦੇ ਸਕਰੀਨਸ਼ਾਟ ਨੇ ਜਿਹੜੇ ਉਹ ਲੋਕਾਂ ਨੇ ਖਿੱਚ ਲਏ ਸੀ ਤੇ ਬਹੁਤ ਹੀ ਸ਼ਰਮਨਾਕ ਤੇ ਘਟੀਆ ਕਾਰਵਾਈ ਇਸ ਨੂੰ ਦੱਸਿਆ ਸੀ। ਤੇ ਇਹ ਬੀਬੀ ਮਹਿੰਦਰ ਕੌਰ ਬਠਿੰਡਾ ਦੇ ਬਹਾਦਰਗੜ੍ਹ ਜੰਡੀਆਂ ਦੀ ਰਹਿਣ ਵਾਲੀ ਹੈ ਤੇ ਕਿਸਾਨ ਲਾਭ ਸਿੰਘ ਨੰਬਰਦਾਰ ਦੀ ਪਤਨੀ ਹੈ। ਕਿਸਾਨਾਂ ਦੇ ਨਾਲ ਪੂਰੀ ਤਰ੍ਹਾਂ ਜੁੜੀ ਹੋਈ ਹੈ, ਖੇਤਾਂ ਦੇ ਵਿੱਚ ਵੀ ਕੰਮ ਕਰਦੀ ਹੈ। ਬੀਬੀ ਮਹਿੰਦਰ ਕੌਰ ਨੇ ਕਿਹਾ ਕਿ ਕੰਗਣਾ ਰਣੌਤ ਨੇ ਸਾਰੀਆਂ ਔਰਤਾਂ ਜਿਹੜੀਆਂ ਸੰਘਰਸ਼ ਦੇ ਵਿੱਚ ਡਟੀਆਂ ਹੋਈਆਂ ਨੇ ਉਹਨਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ ਤੇ ਜੇ ਕੰਗਣਾ ਰਣੌਤ ਨੂੰ ਨਹੀਂ ਪਤਾ ਇਸ ਸੰਘਰਸ਼ ਬਾਰੇ ਤਾਂ ਉਹਨੂੰ ਇੱਕ ਵਾਰੀ ਆ ਕੇ ਜ਼ਰੂਰ ਦੇਖ ਲੈਣਾ ਚਾਹੀਦਾ ਹੈ। ਸੋ ਕੰਗਣਾ ਰਣੌਤ ਨੂੰ ਕਿਸਾਨ ਵੀ ਇਹੀ ਜਵਾਬ ਦੇ ਰਹੇ ਨੇ, ਕਹਿੰਦੇ ਸਾਡੇ ਸੱਭਿਆਚਾਰ ਦੇ ਵਿੱਚ ਨਹੀਂ ਹੈਗਾ ਕਿ ਅਸੀਂ ਕਿਸੇ ਵੀ ਔਰਤ ਦੇ ਖਿਲਾਫ ਗਲਤ ਬੋਲੀਏ, ਪਰ ਅਸੀਂ ਉਹਨੂੰ ਮੈਸੇਜ ਜ਼ਰੂਰ ਦੇਣਾ ਚਾਹੁੰਦੇ ਹਾਂ ਵੀ ਜੇ ਤੂੰ ਇੱਥੇ ਆ ਕੇ ਦੇਖ ਸੰਘਰਸ਼ ਨੂੰ, ਫਿਰ ਤੈਨੂੰ ਪਤਾ ਲੱਗੂਗਾ ਕਿ 100 ਰੁਪਏ ਚਾਹੀਆਂ ਬੀਬੀਆਂ ਨੇ ਜਾਂ ਫਿਰ ਕਿਸ ਤਰੀਕੇ ਦੇ ਨਾਲ। ਉਧਰ ਆਮ ਆਦਮੀ ਪਾਰਟੀ ਨੇ ਟਿੱਕਰੀ ਦੇ ਵਿੱਚ ਬੀਤੇ ਦਿਨੀ ਕਾਰ ਨੂੰ ਅੱਗ ਲੱਗਣ ਕਾਰਨ ਜਾਨ ਗਵਾਉਣ ਵਾਲੇ ਮਕੈਨਿਕ ਜਨਕ ਰਾਜ ਧਨੌਲਾ ਦੇ ਰਹਿਣ ਵਾਲੇ ਸੀ, ਉਹਦੇ ਪਰਿਵਾਰ ਦੇ ਨਾਲ ਖੜਦੇ ਹੋਏ ਸੋਸ਼ਲ ਮੀਡੀਆ ਦੇ ਉੱਤੇ ਫੰਡ ਇਕੱਠਾ ਕਰਨ ਲਈ ਇੱਕ ਮੁਹਿੰਮ ਚਲਾਈ ਸੀ। ਸੋਮਵਾਰ ਨੂੰ ਮੁਹਿੰਮ ਚਲਾਈ ਸੀ ਤੇ ਬੁੱਧਵਾਰ ਦੁਪਹਿਰ ਤੱਕ 72 ਘੰਟਿਆਂ ਦੇ ਵਿੱਚ ਉਹਨਾਂ ਨੇ 10 ਲੱਖ ਰੁਪਏ ਮਕੈਨਿਕ ਦੇ ਪਰਿਵਾਰ ਲਈ ਇਕੱਠੇ ਕਰ ਲਏ ਨੇ ਮਦਦ ਦੇ ਵਜੋਂ। ਪੰਜਾਬ ਹਰਿਆਣਾ ਹਾਈ ਕੋਰਟ ਨੇ ਇੱਕ ਨਵਾਂ ਹੀ ਜਿਹੜਾ ਹੁਕਮ ਹੈ ਉਹ ਸੁਣਾ ਦਿੱਤਾ ਹੈ। ਪੰਜਾਬ ਹਰਿਆਣਾ ਹਾਈ ਕੋਰਟ ਦਾ ਜਿਹੜਾ ਇਹ ਹੁਕਮ ਹੈ ਇਸ ਦੀ ਵੀ ਨਿੰਦਿਆ ਜਿਹੜੀ ਹੈ ਉਹ ਹੁਣ ਹੋਣੀ ਸ਼ੁਰੂ ਹੋ ਜਾਏਗੀ, ਕਿਉਂਕਿ ਹਾਈ ਕੋਰਟ ਨੇ ਰੇਲਵੇ ਟਰੈਕ ਰੋਕਣ ਵਾਲੇ ਕਿਸਾਨਾਂ ਖਿਲਾਫ ਕਾਰਵਾਈ ਕਰਨ ਦਾ ਫੈਸਲਾ ਲਿਆ। ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਹੁਕਮ ਦਿੱਤਾ ਕਿ ਜੇਕਰ ਕੋਈ ਵੀ ਕਿਸਾਨ ਰੇਲਾਂ ਚਲਾਉਣ ਦੇ ਵਿੱਚ ਰੁਕਾਵਟ ਪੈਦਾ ਕਰਦਾ ਹੈ ਤਾਂ ਉਸ ਖਿਲਾਫ ਕਾਰਵਾਈ ਕੀਤੀ ਜਾਵੇ। ਪੰਜਾਬ ਸਰਕਾਰ ਨੇ ਹਾਈ ਕੋਰਟ ਨੂੰ ਦੱਸਿਆ ਕਿ ਕਿਸਾਨ ਹੁਣ ਹਰ ਰੇਲਵੇ ਸਟੇਸ਼ਨ ਤੋਂ ਉੱਠ ਖੜੇ ਨੇ। ਜੰਡਿਆਲਾ ਗੁਰੂ ਦਾ ਜਿਹੜਾ ਅੰਮ੍ਰਿਤਸਰ ਦਾ ਰੇਲਵੇ ਟਰੈਕ ਹੈ ਉੱਥੇ ਵੀ ਕਿਸਾਨ ਟਰੈਕ ਦੇ ਉੱਤੇ ਨਹੀਂ ਬੈਠੇ। ਵਕੀਲ ਅਰਵਿੰਦ ਸੇਠ ਨੇ ਇਹ ਪਟੀਸ਼ਨ ਦਾਇਰ ਕੀਤੀ ਸੀ। ਪਟੀਸ਼ਨਕਰਤਾ ਨੇ ਕਿਹਾ ਕਿ ਅੰਦੋਲਨਕਾਰੀਆਂ ਦੇ ਕਾਰਨ ਹਰਿਆਣਾ ਦਿੱਲੀ ਸਰਹੱਦ ਬੰਦ ਹੈ ਤੇ ਆਮ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਟੀਸ਼ਨ ਵਿੱਚ ਮੰਗ ਕੀਤੀ ਗਈ ਹੈ ਕਿ ਜੇ ਹਾਲਾਤ ਵਿਗੜਦੇ ਨੇ ਤਾਂ ਹਾਲਾਤ ਨੂੰ ਕੰਟਰੋਲ ਕਰਨ ਦੇ ਲਈ ਸੂਬਿਆਂ ਦੀ ਪੁਲਿਸ ਤੇ ਪੈਰਾਮਿਲਟਰੀ ਫੋਰਸਾਂ ਤੈਨਾਤ ਕੀਤੀਆਂ ਜਾਣੀਆਂ ਚਾਹੀਦੀਆਂ ਨੇ। ਖੇਤੀ ਕਾਨੂੰਨਾਂ ਖਿਲਾਫ ਵਿਦੇਸ਼ਾਂ ਦੇ ਵਿੱਚ ਵੀ ਵੱਡੀ ਲਾਮਬੰਦੀ ਹੋ ਰਹੀ ਹੈ। ਆਸਟ੍ਰੇਲੀਆ ਤੇ ਕੈਨੇਡਾ ਦੇ ਵਿੱਚ ਰੋਸ ਪ੍ਰਦਰਸ਼ਨ ਲਗਾਤਾਰ ਜਾਰੀ ਨੇ। ਸਰੀ ਹੋਵੇ ਜਾਂ ਫਿਰ ਬਰੈਂਪਟਨ ਹੋਵੇ, ਇੱਥੇ ਵੱਡੀਆਂ ਜਿਹੜੀਆਂ ਰੈਲੀਆਂ ਨੇ, ਕਾਰ ਰੈਲੀਆਂ ਕੱਢੀਆਂ ਜਾ ਰਹੀਆਂ ਨੇ ਕਿਸਾਨਾਂ ਦੇ ਹੱਕ ਦੇ ਵਿੱਚ। ਆਸਟ੍ਰੇਲੀਆ ਦਾ ਮੈਲਬਰਨ ਹੋਵੇ, ਐਡੀਲੇਡ ਹੋਵੇ, ਇੱਥੇ ਕਿਸਾਨ ਲਗਾਤਾਰ ਜਿਹੜੇ ਲੋਕ ਨੇ, ਪੰਜਾਬੀ ਲੋਕ ਨੇ ਖਾਸ ਕਰਕੇ, ਇਕੱਠੇ ਹੋ ਕੇ ਕਿਸਾਨਾਂ ਦੇ ਹੱਕ ਦੇ ਵਿੱਚ ਪ੍ਰਦਰਸ਼ਨ ਕਰ ਰਹੇ ਨੇ। ਹਰਿਆਣਾ ਤੋਂ ਖਬਰ ਹੈ ਜਿੱਥੇ ਜੀਂਦ ਜ਼ਿਲ੍ਹੇ ਦੇ ਵਿੱਚ 40 ਖਾਪਾਂ ਦੀ ਮਹਾਪੰਚਾਇਤ ਹੋਈ। ਇਸ ਮਹਾਪੰਚਾਇਤ ਵਿੱਚ ਕਾਫੀ ਵੱਡੇ ਫੈਸਲੇ ਲਏ ਗਏ ਨੇ। ਮਹਾਪੰਚਾਇਤ ਵਿੱਚ ਖਾਪਾਂ ਨੇ ਫੈਸਲਾ ਕੀਤਾ ਕਿ ਉਹ ਹਰਿਆਣਾ ਸਰਕਾਰ ਨੂੰ ਹੇਠਾਂ ਡੇਗਣ ਲਈ ਮੁਹਿੰਮ ਦੀ ਸ਼ੁਰੂਆਤ ਕਰਨਗੇ, ਕਿਉਂਕਿ ਹਰਿਆਣਾ ਦੇ ਵਿੱਚ ਬੀਜੇਪੀ ਦੀ ਸਰਕਾਰ ਦੇ ਕੋਲ ਬਹੁਮਤ ਨਹੀਂ ਹੈ। ਖੱਟਰ ਸਰਕਾਰ ਜੇਜੇਪੀ ਤੇ ਆਜ਼ਾਦ ਵਿਧਾਇਕਾਂ ਦੇ ਸਮਰਥਨ ਦੇ ਨਾਲ ਚੱਲ ਰਹੀ ਹੈ। ਖਾਪ ਲੀਡਰਾਂ ਨੇ ਐਲਾਨ ਕੀਤਾ ਕਿ ਜਿਹੜੇ ਵਿਧਾਇਕਾਂ ਨੇ ਸਰਕਾਰ ਦਾ ਸਮਰਥਨ ਕੀਤਾ ਹੈ ਉਹ ਸਮਰਥਨ ਵਾਪਸ ਲੈਣ ਲਈ ਮਜਬੂਰ ਹੋਣਗੇ। ਅਸੀਂ ਉਹਨਾਂ ਨੂੰ ਮਜਬੂਰ ਕਰ ਦਿਆਂਗੇ। ਹਰ ਖਾਪ ਜਾ ਕੇ ਇਹਨਾਂ ਵਿਧਾਇਕਾਂ ਨੂੰ ਮਿਲੇਗਾ। ਪਹਿਲਾਂ ਵਿਧਾਇਕਾਂ ਨੂੰ ਸ਼ਾਂਤੀ ਨਾਲ ਅਪੀਲ ਕੀਤੀ ਜਾਏਗੀ, ਜੇਕਰ ਸਹਿਮਤ ਨਾ ਹੋਏ ਤਾਂ ਪਿੰਡਾਂ ਵਿੱਚ ਦਾਖਲੇ ਤੇ ਪਾਬੰਦੀ ਲਾ ਦਿਆਂਗੇ। ਇਸ ਦੇ ਨਾਲ ਹੀ ਉਹਨਾਂ ਨੇ ਸਰਕਾਰ ਨੂੰ ਚੇਤਾਵਨੀ ਦਿੱਤੀ ਹੈ ਕਿ ਜੇ ਸਰਕਾਰ ਕਿਸਾਨਾਂ ਦੀਆਂ ਮੰਗਾਂ ਨੂੰ ਨਹੀਂ ਮੰਨਦੀ ਤਾਂ ਅਸੀਂ ਦਿੱਲੀ ਨੂੰ ਦੁੱਧ, ਫਲ ਤੇ ਸਬਜ਼ੀਆਂ ਦੀ ਸਪਲਾਈ ਬੰਦ ਕਰ ਦਿਆਂਗੇ। ਉਧਰ ਯੋਗ ਗੁਰੂ ਰਾਮਦੇਵ ਨੇ ਇੱਕ ਹੋਰ ਨਵਾਂ ਹੀ ਸ਼ਗੂਫਾ ਛੱਡ ਦਿੱਤਾ ਹੈ। ਕਹਿੰਦੇ ਨੇ ਮੈਂ ਵੀ ਕਿਸਾਨ ਦਾ ਪੁੱਤ ਹਾਂ ਤੇ ਕਿਸਾਨਾਂ ਦੇ ਹਿੱਤ ਵਿੱਚ ਨੇ ਨਵੇਂ ਖੇਤੀ ਕਾਨੂੰਨ। ਇੱਕ ਨਵਾਂ ਵੀਡੀਓ ਜਾਰੀ ਕੀਤਾ ਹੈ। ਕਹਿੰਦੇ ਨੇ ਕਿ MSP ਨਾ ਕੇਂਦਰ ਸਰਕਾਰ ਤੇ ਨਾ ਹੀ ਸੂਬਾ ਸਰਕਾਰ ਖਤਮ ਕਰ ਸਕਦੀ ਹੈ, ਬਲਕਿ ਜਿੱਥੇ ਵੀ MSP ਨਹੀਂ ਹੈ ਉੱਥੇ ਵੀ ਇਹ ਲਾਗੂ ਹੋ ਜਾਏਗੀ ਤੇ ਸਰਕਾਰ ਵੱਲੋਂ ਇਸ ਮਾਮਲੇ ਵਿੱਚ ਜਿਹੜੀ ਸੰਵਾਦ ਦੀ ਘਾਟ ਸੀ, ਯਾਨੀ ਕਿ ਗੱਲਬਾਤ ਦੀ ਘਾਟ ਸੀ, ਉਹ ਵੀ ਪੂਰੀ ਹੋ ਜਾਏਗੀ। ਕਹਿੰਦੇ ਮੈਂ ਵੀ ਕਿਸਾਨ ਦਾ ਪੁੱਤਰ ਹਾਂ, ਸਰਕਾਰ ਦੀ ਨੀਅਤ ਤੇ ਨੀਤੀ ਵਿੱਚ ਕੋਈ ਖੋਟ ਨਹੀਂ ਹੈ ਤੇ ਇਸ ਬਿੱਲ ਦੇ ਵਿੱਚ ਮੰਡੀਆਂ ਤੇ MSP ਦੀ ਪੂਰੀ ਗਰੰਟੀ ਰਹੇਗੀ। ਸੋ ਜੇ ਗਰੰਟੀ ਰਹੇਗੀ ਤਾਂ ਲਿਖਣ ਦੇ ਵਿੱਚ ਕੀ ਇਤਰਾਜ਼ ਹੈ? ਆਪਣਾ ਸਾਰਿਆਂ ਦਾ ਇਹੀ ਜਿਹੜਾ ਕਹਿਣਾ ਹੈ। ਰਾਜਸਥਾਨ ਦੇ ਸ਼੍ਰੀ ਗੰਗਾਨਗਰ ਤੋਂ ਖਬਰ ਹੈ ਜਿੱਥੇ ਮੰਗਲਵਾਰ ਦੀ ਰਾਤ ਨੂੰ ਤਕਰੀਬਨ 1.5 ਦਰਜਨ ਬਦਮਾਸ਼ਾਂ ਨੇ ਜ਼ਿਲ੍ਹੇ ਦੇ ਚੁਨਾਵੜ ਥਾਣਾ ਇਲਾਕੇ ਦੇ ਵਿੱਚ 11 ਜੀ ਛੋਟੀ ਦੇ ਵਿੱਚ ਸਥਿਤ ਗੁਰਦੁਆਰੇ ਵਿੱਚ ਹੰਗਾਮਾ ਮਚਾਇਆ ਅਤੇ ਹਥਿਆਰਾਂ ਦੀ ਨੋਕ ਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਨੂੰ ਲੈ ਕੇ ਫਰਾਰ ਹੋ ਗਏ। ਹਥਿਆਰਬੰਦ ਬਦਮਾਸ਼ਾਂ ਨੇ ਸੁਰੱਖਿਆ ਕਰਮੀਆਂ ਦੇ ਨਾਲ ਉੱਥੇ ਮੌਜੂਦ ਹੋਰ ਲੋਕਾਂ ਦੇ ਮੋਬਾਈਲ ਫੋਨ ਵੀ ਖੋਲੇ। ਗੁਰਦੁਆਰਾ ਕੈਂਪਸ ਵਿੱਚ
ਵਿੱਚ ਲੱਗੇ ਸੀਸੀਟੀਵੀ DVR ਵੀ ਉਹ ਨਾਲ ਲੈ ਗਏ ਤੇ ਦੇਰ ਰਾਤ ਹੋਈ ਹਿੰਸਾ ਦੇ ਦੌਰਾਨ ਇਲਾਕੇ ਦੇ ਵਿੱਚ ਤਣਾਅ ਦਾ ਮਾਹੌਲ ਹੈ ਜਿਹੜਾ ਉਹ ਵੀ ਬਣਿਆ ਹੋਇਆ। ਹਾਲਾਂਕਿ ਪੁਲਿਸ ਨੇ 1 ਦਰਜਨ ਦੇ ਕਰੀਬ ਬਦਮਾਸ਼ਾਂ ਨੂੰ ਗ੍ਰਿਫਤਾਰ ਵੀ ਕਰ ਲਿਆ। ਦਰਅਸਲ ਗੰਗਾਨਗਰ ਜ਼ਿਲ੍ਹੇ ਦੇ ਇਸ ਗੁਰਦੁਆਰੇ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਨੂੰ ਲੈ ਕੇ ਵਿਵਾਦ ਹੈ ਜਿਹੜਾ ਚੱਲ ਰਿਹਾ ਹੈ। ਇਸ ਵਿਵਾਦ ਦੇ ਵਿੱਚ 2 ਧਿਰਾਂ ਨੇ ਜਿਹੜੀਆਂ ਉਹ ਡਟੀਆਂ ਹੋਈਆਂ ਨੇ। ਜਾਂਦੇ ਇੱਕ ਦੋ ਹੋਰ ਖਬਰਾਂ ਤੁਹਾਨੂੰ ਦੱਸ ਦਈਏ ਕਿ ਪੰਜਾਬ ਕੈਬਨਿਟ ਨੇ ਬੈਠਕਾਂ ਕੀਤੀਆਂ ਨੇ। ਕੱਲ ਬੈਠਕ ਹੋਈ ਹੈ ਜਿਹੜੀ ਉਸ ਦੇ ਵਿੱਚ ਕੋਵਿਡ ਮਹਾਮਾਰੀ ਦਰਮਿਆਨ ਸੂਬੇ ਦੀਆਂ ਸਰਕਾਰੀ ਬੱਸਾਂ ਤੇ ਵਿਦਿਅਕ ਅਦਾਰਿਆਂ, ਸਕੂਲਾਂ, ਕਾਲਜਾਂ ਦੀਆਂ ਬੱਸਾਂ ਦੇ ਲਈ 31 ਦਸੰਬਰ 2020 ਤੱਕ ਮੋਟਰ ਵਹੀਕਲ ਟੈਕਸ ਤੋਂ 100% ਦੀ ਛੋਟ ਨੂੰ ਮਨਜ਼ੂਰੀ ਦੇ ਦਿੱਤੀ ਹੈ। ਮੋਨਟੇਕ ਸਿੰਘ ਆਲੂਵਾਲੀਆ ਕਮੇਟੀ ਦੀਆਂ ਸਿਫਾਰਿਸ਼ਾਂ ਨੂੰ ਅਮਲੀ ਜਾਮਾ ਪਹਿਨਾਉਣ ਦੇ ਲਈ ਸੂਬੇ ਦੇ ਵਿੱਚ ਸਟਾਰਟਅਪ ਪ੍ਰਣਾਲੀ ਨੂੰ ਉਤਸ਼ਾਹਿਤ ਕਰਦਿਆਂ ਪੰਜਾਬ ਇਨੋਵੇਸ਼ਨ ਮਿਸ਼ਨ ਤੇ ਪੰਜਾਬ ਇਨੋਵੇਸ਼ਨ ਫੰਡ ਦੀ ਸਥਾਪਨਾ ਨੂੰ ਵੀ ਹਰੀ ਝੰਡੀ ਦਿੱਤੀ ਹੈ। ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪ੍ਰਧਾਨਗੀ 'ਚ ਹੋਈ ਮੀਟਿੰਗ ਦੌਰਾਨ ਬੱਸ ਮਾਲਕਾਂ ਨੂੰ ਮੋਟਰ ਵਹੀਕਲ ਟੈਕਸ ਤੋਂ 100% ਦੀ ਛੋਟ ਨੂੰ ਵੀ ਪ੍ਰਵਾਨਗੀ ਦਿੱਤੀ ਗਈ ਹੈ। ਤੇ ਉਧਰ SGPC ਦੀ ਨਵੀਂ ਬਣੇ ਪ੍ਰਧਾਨ ਬੀਬੀ ਜਗੀਰ ਕੌਰ ਨੇ ਵੀ SGPC ਦੇ ਕੰਮ ਨੂੰ ਚੁਸਤ ਦਰੁਸਤ ਕਰਨ ਦਾ ਬੀੜਾ ਚੁੱਕ ਲਿਆ। ਅੰਮ੍ਰਿਤਸਰ ਦੇ ਵਿੱਚ ਕਮੇਟੀ ਦੇ ਅਧਿਕਾਰੀਆਂ ਨਾਲ ਪਹਿਲੀ ਮੀਟਿੰਗ ਕੀਤੀ। ਕਿਹਾ ਕਿ ਸੰਸਥਾ ਦੇ ਕੰਮ ਨੂੰ ਚੁਸਤ ਦਰੁਸਤ ਕੀਤਾ ਜਾਏਗਾ। ਸਮੂਹ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਆਪਣੇ ਕੰਮ ਦੇ ਪ੍ਰਤੀ ਜਵਾਬਦੇਹ ਹੈ ਜਿਹੜਾ ਉਹ ਬਣਾਇਆ ਜਾਏਗਾ। ਮੀਡੀਆ ਨਾਲ ਗੱਲਬਾਤ ਦੌਰਾਨ ਬੀਬੀ ਜਗੀਰ ਕੌਰ ਨੇ ਕਿਹਾ ਕਿ SGPC ਦੇ ਕਰਮਚਾਰੀਆਂ ਤੇ ਅਧਿਕਾਰੀਆਂ ਦੇ ਵਿੱਚ ਕੰਮ ਸੱਭਿਆਚਾਰ ਨੂੰ ਹੋਰ ਪਰਿਪੱਕ ਕਰਨ ਵਾਸਤੇ ਵਿਸ਼ੇਸ਼ ਸਿਖਲਾਈ ਪ੍ਰੋਗਰਾਮ ਸ਼ੁਰੂ ਕਰਨ ਦੀ ਯੋਜਨਾ ਹੈ। ਨਾਨਕਸ਼ਾਹੀ ਕੈਲੰਡਰ ਦੇ ਮੌਜੂਦਾ ਵਿਵਾਦ ਬਾਰੇ ਬੀਬੀ ਜਗੀਰ ਕੌਰ ਨੇ ਕਿਹਾ ਕਿ ਸਮੁੱਚੀ ਕੌਮ ਨੂੰ ਇਕਮਤ ਕਰਨ ਦੀ ਲੋੜ ਹੈ, ਜਿਸ ਤੋਂ ਬਾਅਦ ਹੀ ਕੋਈ ਫੈਸਲਾ ਲਿਆ ਜਾ ਸਕਦਾ ਹੈ। ਉਧਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕਹਿੰਦੇ ਨੇ ਕਿ ਭਾਰਤੀ ਮੈਡੀਕਲ ਖੋਜ ਕੌਂਸਲ ਦੀ ਇੱਕ ਵਾਰੀ ਪ੍ਰਵਾਨਗੀ ਮਿਲਣ ਤੋਂ ਬਾਅਦ ਪੰਜਾਬ ਦੇ ਵਿੱਚ ਜਦੋਂ COVID-19 ਦਾ ਟੀਕਾ ਆਏਗਾ ਤਾਂ ਸਭ ਤੋਂ ਪਹਿਲਾਂ ਮੈਂ ਲਵਾਵਾਂਗਾ। ਪੰਜਾਬ ਦੀਆਂ ਖਾਸ ਖਬਰਾਂ ਦੇ ਖਾਸ ਬੁਲੇਟਿਨ ਦੇ ਵਿੱਚ ਤੁਹਾਡੇ ਸਭ ਤੋਂ ਇਜਾਜ਼ਤ ਚਾਹੁੰਦੇ ਹਾਂ। ਤੁਸੀਂ ਸਾਰੇ ਆਪਣਾ ਧਿਆਨ ਰੱਖਿਓ, ਲੋੜਵੰਦਾਂ ਦੀ ਮਦਦ ਜ਼ਰੂਰ ਕਰਦੇ ਰਹੋ, ਅਫਵਾਹਾਂ ਤੋਂ ਬਚ ਕੇ ਰਿਹਾ ਕਰੋ ਅਤੇ ਜਿਹੜੇ ਲੁਟੇਰੇ ਲੋਕ ਨੇ ਕਿਸਾਨਾਂ ਦੇ ਨਾਂ ਤੇ ਪੈਸੇ ਇਕੱਠੇ ਕਰ ਰਹੇ ਨੇ ਉਹਨਾਂ ਤੋਂ ਵੀ ਬਚ ਕੇ ਰਿਹਾ ਕਰੋ। ਧੰਨਵਾਦ।